सतगुरु तेह प्रसाद सच होए। वाहिगुरु जी की फतेह है बिघ्न विनाशन सोए। वाहिगुरु जी की फतेह है विघ्न विनाशन सोए। सतनाम श्री वाहिगुरु साहिब जीओ। दोहरा चिरंकाल तरु मन शुष्क। श्री गुर पग जल प्रेम। सींच पली करके हरियो कहो कथा देखेम। वाहिगुरु जी का खालसा वाहिगुरु जी की फतेह। परम सत्कारयोग चवर छतर तख्त दे मालक वालीए कुलालम राजान राज पानान पाण। देवान देव उपमा महान साहिब धन धन सतगुरु श्री गुरु ग्रंथ साहिब सच्चे पातशाह जी महाराज। धन सतगुरु श्री गुरु तेग बहादुर महाराज सच्चे पातशाह जी की पावन पवित्र मुबारक चरण छो धरती ते भावना दब अकीदत नाल नमस्कार करके जीवन सफला रहे सतसंगी जनों। सतगुरु महाराज धन धन श्री गुरु नानक देव महाराजियों के मुबारक जीवन दी जीवन कथा गुरु कृपा गुरु रहमत सदका सरवण कर रहे हाँ। चल रही जो लड़ीवार विचार है कल रोज सरवण कीता महाराजियां दे नाल विचार वास्ते शंभूनाथ नाम ਦਾ ਜੋ ਸਿੱਧ ਸੀ ਉਹ ਆਇਆ ਸੀ। ਇਹਨਾਂ ਵਿੱਚੋਂ ਜਿਨ੍ਹਾਂ ਮਹਾਰਾਜੀਆਂ ਦੇ ਕੋਲ ਆਣ ਕੇ ਭਾਈ ਜਸ ਖੱਟਿਆ ਉਹ ਸੀ ਮੰਗਲਨਾਥ। ਭਾਈ ਮਰਦਾਨਾ ਜੀ ਪੁੱਛਦੇ ਨੇ ਮਹਾਰਾਜ ਇਹ ਕੀ ਬਾਤ ਬਣੀ। ਇਹਨਾਂ ਵਿੱਚੋਂ ਇਹੋ ਸਿਆਣਾ ਜਾਪਦਾ ਹੈ। ਮਹਾਰਾਜ ਜੀ ਲੱਗੇ ਕਹਿਣ ਵੇਖੋ ਭਾਈ ਮਰਦਾਨਾ ਜੀ ਪੰਜੇ ਉਂਗਲਾਂ ਇੱਕ ਤਰ੍ਹਾਂ ਸਮਾਨ ਨਹੀਂ ਹੁੰਦੀਆਂ। ਮਾਲਕ ਜੀ ਦੀ ਕਿਰਪਾ ਦੇ ਨਾਲ ਜੋ ਮੰਗਲਨਾਥ ਹੈ ਇਹ ਇਹਨਾਂ ਦੇ ਵਿੱਚੋਂ ਸਿਆਣਾ ਹੈ। ਉਹਨੇ ਮਹਾਰਾਜੀਆਂ ਤੋਂ ਸ਼ਾਬਾਸ਼ ਵੀ ਲਈ ਹੈ। ਪਾਤਸ਼ਾਹ ਅਜੇ ਸੁਮੇਰ ਪਰਬਤ ਤੇ ਨਹੀਂ ਪਹੁੰਚੇ। ਲੜੀਵਾਰ ਚੱਲ ਰਹੀ ਵਿਚਾਰ ਇੱਥੇ ਸੰਪੰਨ ਹੋਈ ਸੀ। ਸ਼ੰਭੂਨਾਥ ਜੋ ਨਾਮ ਦਾ ਰਿਖੀ ਸੀ ਉਹ ਹਾਰ ਕੇ ਗਿਆ। ਮੰਗਲਨਾਥ ਤੇ ਗੋਰਖਨਾਥ ਬੜਾ ਇਹਦੇ ਤੇ ਉੱਪਰ ਹੱਸੇ। ਉੱਥੇ ਜਾ ਕੇ ਬੜਾ ਖਿਝ ਵੀ ਗਿਆ ਜਦੋਂ ਮੰਗਲਨਾਥ ਦੇ ਮੂੰਹ ਤੋਂ ਸਤਿਗੁਰੂ ਮਹਾਰਾਜ ਜੀਓ ਕੀ ਮੁਬਾਰਕ ਉਪਮਾ ਸੁਣੀ। ਕਹਿੰਦਾ ਜੀ ਇਹ ਅੰਦਰੋਂ ਅੰਦਰੀ ਮਹਾਰਾਜੀਆਂ ਦੇ ਨਾਲ ਕੋਈ ਜੋੜ ਰੱਖਦਾ ਹੈ। ਜੇ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਪੰਥ ਇਹਨੂੰ ਇੰਨਾ ਹੀ ਨਿਰਮਲ ਤੇ ਚੰਗਾ ਲੱਗਾ ਹੈ ਜਾ ਕੇ ਸਤਿਗੁਰੂ ਜੀਆਂ ਦੇ ਪੰਥ ਵਿੱਚ ਰਲ ਕਿਉਂ ਨਹੀਂ ਜਾਂਦਾ ਮੰਗਲਨਾਥ। ਮੰਗਲਨਾਥ ਨੇ ਫਿਰ ਬਾਤ ਕਹੀ। ਕਹਿੰਦੇ ਸੱਚ ਜੋ ਹੈ ਉਹ ਸੱਚ ਨੂੰ ਕਦੇ ਛੁਪਾਉਣਾ ਨਹੀਂ ਚਾਹੀਦਾ ਸ਼ੰਭੂਨਾਥ ਜੀ। ਜੇ ਕੋਈ ਜੀਵਨ ਦੇ ਅੰਦਰ ਸੱਚੀ ਬਾਤ ਹੈ ਤਾਂ ਉਹਨੂੰ ਸੱਚ ਕਹੋ। ਉਸ ਨੂੰ ਕਦੇ ਵੀ ਤੁਸੀਂ ਝੂਠ ਦੇ ਨਾਲ ਇਸ ਵਿਧ ਨਾ ਤੁਸੀਂ ਉਲਟਾਉਣ ਦਾ ਯਤਨ ਕਰੋ। ਸ਼ੰਭੂਨਾਥ ਬੜਾ ਆਪਣੇ ਜੀਵਨ ਦੇ ਅੰਦਰ ਜਾਂ ਇਉਂ ਕਹਿ ਲਈਏ ਉਸ ਥਾਂ ਤੇ ਖਿਝਿਆ ਕਿਉਂਕਿ ਜਿੰਨੀ ਵੀ ਇਹਦੀ ਕੀਤੀ ਹੋਈ ਕਈ ਸਾਲਾਂ ਦੀ ਜਿਹੜੀ ਕਾਲ ਕਮਾਈ ਸੀ ਸਾਰੀ ਨਿਸ਼ਫਲ ਹੋ ਗਈ ਜਦੋਂ ਇਹ ਵਿਚਾਰ ਦੇ ਅੰਦਰ ਮਹਾਰਾਜੀਆਂ ਦੇ ਨਾਲ ਹਾਰ ਗਿਆ। ਪਰ ਸਤਿਗੁਰੂ ਮਹਾਰਾਜ ਜੀ ਕੋਈ ਹਾਰ ਜਿੱਤ ਵਾਸਤੇ ਨਹੀਂ। ਸਤਿਗੁਰੂ ਜੀ ਤਾਂ ਉਹਨਾਂ ਨੂੰ ਸ੍ਰੇਸ਼ਟ ਮੱਤ ਵਾਲੇ ਪਾਸੇ ਤੋਰਨ ਵਾਸਤੇ ਪਾਤਸ਼ਾਹ ਜੀ ਗਏ ਹੋਏ ਹਨ। ਸੁਆਓ ਸਾਧ ਸੰਗਤ ਜੀ ਇੱਥੋਂ ਤੱਕ ਜਿਹੜੀਆਂ ਵਿਚਾਰਾਂ ਸਨ ਗੁਰੂ ਕਿਰਪਾ ਗੁਰੂ ਰਹਿਮਤ ਸਦਕਾ ਆਪਾਂ ਸਰਵਣ ਕੀਤੀਆਂ ਹਨ। ਆਓ ਪਾਵਨ ਪਵਿੱਤਰ ਜਿਹੜੇ ਬਚਨ ਹਨ ਅਗਾਰੀ ਸਰਵਣ ਕਰੀਏ ਜੀ।
ਕਰੋ ਮਨ ਬਿਰਤੀਆਂ ਨੂੰ ਇਕਾਗਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿਰੰਕਾਲ ਤਰੁ ਮਨ ਸੁਸ਼ਕ ਸ੍ਰੀ ਗੁਰ ਪਗ ਜਲ ਪ੍ਰੇਮ। ਭਾਈ ਜੀ ਇੱਥੇ ਭਾਈ ਸੰਤੋਖ ਸਿੰਘ ਜੀ ਅਧਿਆਏ ਪ੍ਰਾਰੰਭ ਕਰਦੇ ਹਨ। ਕਹਿੰਦੇ ਜਿਹੜਾ ਮੇਰਾ ਮਨੁਆ ਮਨ ਰੂਪੀ ਜਿਹੜਾ ਰੁੱਖ ਬੜੇ ਚਿਰ ਦਾ ਖੁਸ਼ਕ ਹੋ ਗਿਆ ਸੋਕੇ ਦੇ ਨਾਲ, ਵਿਕਾਰਾਂ ਰੂਪੀ ਸੋਕੇ ਦੇ ਨਾਲ, ਮੈਂ ਉਸ ਮਨ ਰੂਪੀ ਬੂਟੇ ਨੂੰ ਸਤਿਗੁਰੂ ਮਹਾਰਾਜ ਜੀਓ ਕੇ ਚਰਨਾ ਕਮਲਾਂ ਦਾ ਪ੍ਰੇਮ ਰੂਪੀ ਜਲ ਪਾ ਕੇ ਸੀਂਚਦਾ ਹਾਂ, ਉਹਨੂੰ ਮੈਂ ਸਿੰਜਦਾ ਹਾਂ। ਸੀਂਚ ਭਲੀ ਕਰਕੇ ਹਰਿਓ ਕਹੋ ਕਥਾ ਦੇਖੇਮ। ਮਹਾਰਾਜ ਜੀਓ ਕੇ ਮੁਬਾਰਕ ਚਰਨ ਕਮਲਾਂ ਦੇ ਜਲ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਸਿੰਜ ਕਰਕੇ ਮਹਾਰਾਜ ਜੀਓ ਕੀ ਮੁਬਾਰਕ ਜੀਵਨ ਕਥਾ ਸਾਧ ਸੰਗਤ ਜੀ ਆਪ ਜੀਆਂ ਦੇ ਨਾਲ ਸਾਂਝ ਪਾਉਂਦਾ ਹਾਂ। ਸ੍ਰੀ ਬਾਲਾ ਸੰਧੂਆਚ ਅੜਿਲ ਤਬ ਗੋਰਖ ਨੇ ਬੋਲ ਭਰਥਰੀ ਸੋ ਕਈ। ਸਾਧ ਸੰਗਤ ਜੀਓ ਫਿਰ ਗੁਰੂ ਗੋਰਖ ਨੇ ਭਰਥਰੀ ਨੂੰ ਕੋਲ ਬੁਲਾ ਕੇ ਇਉਂ ਕਿਹਾ, ਜਾਵੋ ਤੁਮ ਅਬ ਤਾਂ ਆਨ ਏਠਾਂ ਸਈ। ਜਾਓ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਤੁਸੀਂ ਪ੍ਰੇਮ ਦੇ ਨਾਲ ਤੁਸੀਂ ਜਾਓ, ਇਸ ਥਾਂ ਤੇ ਬੁਲਾ ਕੇ ਲਿਆਓ। ਸਰਬ ਸਿੱਧ ਸੋ ਮਿਲੇ ਜਬੇ ਚੱਲ ਆਏ ਐ। ਜਦੋਂ ਪਾਤਸ਼ਾਹ ਜੀ ਜਿਹੜੇ ਪਾਤਸ਼ਾਹ ਜੀਆਂ ਦੇ ਸਾਵੇਂ ਕੋਈ ਜਿੱਤ ਨਹੀਂ ਸਕਿਆ, ਜਦੋਂ ਉਹ ਸਾਰੇ ਸਿੱਧਾਂ ਨੂੰ ਆਣ ਕੇ ਇੱਥੇ ਮਿਲਣਗੇ। ਹੋਲੇ ਹੈ ਦਰਸ ਕੋ ਦੇਹ ਭਲੇ ਸੁਖ ਪਾਏ ਐ। ਉਹ ਆਪਣੇ ਇਸ ਥਾਂ ਤੇ ਆਣ ਕੇ ਮੁਬਾਰਕ ਦਰਸ਼ਨ ਦੇਣਗੇ ਤੇ ਸਾਰੇ ਸਿੱਧ ਵੱਡਾ ਸੁਖ ਪਾਉਣਗੇ। ਕਹਿਤ ਭਰਥਰੀ ਬੈਨ ਮਿਲਿਓ ਜਬ ਆਦਈ। ਉਸ ਵਕਤ ਭਰਥਰੀ ਨੇ ਆਪਣੇ ਗੁਰੂ ਗੋਰਖ ਨੂੰ ਮੂੰਹੋਂ ਬਚਨ ਕੀਤਾ ਕਿ ਜਦੋਂ ਪਹਿਲਾਂ ਮਿਲੇ ਸਨ, ਸੁਨਿਓ ਤਬੇ ਸ਼ੁਭ ਤਤ ਪਇਓ ਐਲਾਦਈ। ਮੈਂ ਪਹਿਲਾਂ ਵੀ ਜਦੋਂ ਉਹਨਾਂ ਨੂੰ ਮਿਲਿਆ ਸਾਂ ਉਹਨਾਂ ਕੋਲੋਂ ਸ਼ੁਭ ਗਿਆਨ ਪ੍ਰਾਪਤ ਹੋਣ ਦੇ ਨਾਲ ਮੈਂ ਪ੍ਰਸੰਨ ਵੀ ਹੋਇਆ ਸਾਂ। ਅਬ ਤੁਮ ਆਇਸ ਮਾਨ ਜਾਏ ਮੈਂ ਆਨੋ। ਹੁਣ ਮੈਂ ਤੁਹਾਡੀ ਆਗਿਆ ਤੁਹਾਡਾ ਹੁਕਮ ਪਾ ਕੇ ਉਹਨਾਂ ਨੂੰ ਇੱਥੇ ਆਉਣ ਦਾ ਸੱਦਾ ਦਿੰਦਾ ਹਾਂ। ਪਹਿਲਾਂ ਤਾਂ ਕੀ ਸੀ, ਪਹਿਲਾਂ ਤਾਂ ਮਹਾਰਾਜ ਜੀਆਂ ਨੂੰ ਭਜਾਉਂਦੇ ਹੀ ਰਹੇ, ਮਹਾਰਾਜ ਜੀਆਂ ਨੂੰ ਡਰਾਉਂਦੇ ਹੀ ਰਹੇ। ਹੁਣ ਕਹਿੰਦੇ ਜੀ ਮੈਂ ਉਹਨਾਂ ਨੂੰ ਇੱਥੇ ਆਉਣ ਵਾਸਤੇ ਨਿਮਰਤਾ ਸਹਿਤ ਪ੍ਰੇਮ ਸਹਿਤ ਬੇਨਤੀ ਕਰਦਾ ਹਾਂ। ਹੋ ਬੰਦੇ ਅਗਾਰੀ ਹਾਥ ਬਿਨੰਤ ਬਖਾਨੋ। ਹੁਣ ਮੈਂ ਉਹਨਾਂ ਸਾਵੇਂ ਹੱਥ ਬੰਨ ਕੇ ਬੇਨਤੀ ਕਰਾਂਗਾ ਕਿ ਤੁਸੀਂ ਉੱਪਰ ਉਸ ਥਾਂ ਤੇ ਆਓ ਔਰ ਆਣ ਕੇ ਦੀਦਾਰ ਬਖਸ਼ੋ। ਅਸ ਕੈ ਆਏ ਹਦੂਰ ਆਦੇਸ ਬਖਾਨੀਆਂ। ਔਰ ਇਹਨੇ ਬੋਲ ਕਹਿ ਕੇ ਭਰਥਰੀ ਗੁਰੂ ਗੋਰਖ ਦੇ ਪਾਸੋਂ ਆਗਿਆ ਲੈ ਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਥਾਂ ਬੈਠੇ ਹੋਏ ਹਨ ਆਸਨ ਲਾ ਕੇ ਪਾਤਸ਼ਾਹ ਜੀ ਉਸ ਥਾਂ ਤੇ ਆ ਗਿਆ। ਹਰਖ ਤਾਰ ਉਰ ਮਿਲਿਓ ਜੋਰ ਕਰ ਪਾਨੀਆਂ। ਔਰ ਹਿਰਦੇ ਅੰਦਰ ਪ੍ਰਸੰਨ ਹੋ ਕੇ ਦੋਵੇਂ ਹੱਥ ਜੋੜ ਕੇ ਇਹ ਪਾਤਸ਼ਾਹ ਨੂੰ ਮਿਲਿਆ ਹੈ। ਭਰਥਰੀ ਪਹਿਲਾਂ ਵੀ ਮਿਲਿਆ, ਦੁਬਾਰਾ ਹੁਣ ਫਿਰ ਮਿਲਿਆ ਹੈ। ਚਲਿਏ ਦੀਨ ਦਿਆਲ ਮੇਰ ਕੇ ਉਪਰੇ। ਇਹ ਦੀਨ ਦਿਆਲ ਪਾਤਸ਼ਾਹ ਆਓ ਚੱਲੀਏ ਸੁਮੇਰ ਪਰਬਤ ਉੱਪਰ। ਹੋ ਦਰਸ ਚੈਤ ਸਭ ਸਿੱਧ ਉਡੀਕਤ ਹਿਤ ਤਰੇ। ਮਹਾਰਾਜ ਉਹ ਕਈ ਰੋਜ਼ ਦੇ ਉਡੀਕ ਰਹੇ ਨੇ, ਪਾਤਸ਼ਾਹ ਆਪ ਰਹਿਮਤ ਕਰੋ ਉਸ ਥਾਂ ਆਣ ਕੇ ਸਾਰਿਆਂ ਨੂੰ ਸਤਿਗੁਰੂ ਜੀ ਤੁਸੀਂ ਦੀਦਾਰ ਬਖਸ਼ੋ। ਬੋਲੇ ਪੰਕਜ ਨੈਣ ਕੀਨ ਸਨਮਾਨੀਆਂ। ਸਤਿਗੁਰੂ ਮਹਾਰਾਜ ਜੀਆਂ ਨੇ ਭਰਥਰੀ ਦਾ ਸਨਮਾਨ ਕੀਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਤਨ ਭਰਥਰੀ ਤੁਮੈ ਜੋਗ ਰਸ ਜਾਨੀਆਂ। ਭਰਥਰੀ ਜੀ ਤੁਸੀਂ ਧੰਨ ਹੋ,
ਆਪ ਜੀਆਂ ਨੇ ਤੁਸਾਂ ਨੇ ਜੋਗ ਦੇ ਰਸ ਨੂੰ ਮਾਣਿਆ ਹੈ। ਚੰਦ ਬਦਨ ਤ੍ਰਿਅਤ ਜੀ ਦੇਸ਼ ਤਨ ਰਾਜ ਜੋ। ਔਰ ਤੁਸਾਂ ਨੇ ਆਪਣਾ ਘਰ ਬਾਰ ਰਾਜ ਭਾਗ ਸਾਰਾ ਕੁਝ ਆਪ ਜੀ ਨੇ ਛੱਡ ਦਿੱਤਾ। ਉਹ ਜਨਮ ਸਵਾਰੇ ਉਹ ਰਤਨ ਤਿਆਗ ਜਗ ਲਾਜ ਜੋ। ਔਰ ਆਪਣੇ ਤੁਸੀਂ ਜਨਮ ਨੂੰ ਇਸ ਮਾਰਗ ਵਾਲੇ ਪਾਸੇ ਆਣ ਕਰਕੇ ਸਵਾਰ ਰਹੇ ਹੋ। ਪ੍ਰਿਥਮ ਮੇਰ ਪਰ ਆਪ ਜਾਏ ਸੁਧ ਦੀਜੀਏ। ਔਰ ਚਲੋ ਕੋਈ ਗੱਲ ਨਹੀਂ, ਤੁਸੀਂ ਆਣ ਕੇ ਸਾਨੂੰ ਸੱਦਾ ਦਿੱਤਾ ਹੈ, ਤੁਸੀਂ ਆਪ ਪਹਿਲਾਂ ਉਸ ਥਾਂ ਪਹੁੰਚੋ ਔਰ ਸਾਡੇ ਉੱਥੇ ਆਉਣ ਦੀ ਖਬਰ ਤੁਸੀਂ ਉਹਨਾਂ ਨਾਲ ਸਾਂਝ ਕਰੋ। ਹਮਰੀ ਸਿੱਧਨ ਸਰਬ ਆਦੇਸ਼ ਪਨੀਜੀਏ। ਔਰ ਸਾਡੇ ਵੱਲੋਂ ਉਹਨਾਂ ਸਾਰਿਆਂ ਸਿੱਧਾਂ ਨੂੰ ਸਾਡੇ ਵੱਲੋਂ ਆਦੇਸ਼ ਤੁਸੀਂ ਕਹਿਣਾ ਕਰੋ। ਤੁਸੀਂ ਜਾਓ ਭਰਤਰੀ ਜੀ ਔਰ ਜਾ ਕੇ ਸਾਡੇ ਵੱਲੋਂ ਬਾਕੀ ਸਾਰੇ ਸਿੱਧਾਂ ਦੇ ਵਿੱਚ ਆਉਣ ਦੀ ਖਬਰ ਤੇ ਸਾਡੇ ਵੱਲੋਂ ਆਦੇਸ਼ ਕਹਿਣਾ ਕਰੋ। ਆਵਤ ਹੈ ਪਛਾਤ ਨ ਬਿਲਮ ਲਗਾਵਈ। ਅਸੀਂ ਬਹੁਤਾ ਸਮਾਂ ਨਹੀਂ ਹੁਣ ਲਾਉਂਦੇ, ਅਸੀਂ ਬਸ ਛੇਤੀ ਆ ਜਾਵਾਂਗੇ। ਹੋ ਦਰਸ਼ਨ ਪਰਸਨ ਕਰੇ ਭਲੇ ਮਨ ਭਾਵਈ। ਔਰ ਉਸ ਥਾਂ ਤੇ ਆਣ ਕੇ ਦਰਸ਼ਨ ਪਰਸਨ ਕਰਕੇ ਔਰ ਮਨ ਦੇ ਅੰਦਰ ਪ੍ਰਸੰਨ ਹੋਵਾਂਗੇ। ਸੁਨ ਕੇ ਭਰਤਰ ਗਿਓ ਹਿਰਦੇ ਹਰ ਖੈ ਕੇ। ਔਰ ਇੰਨੇ ਬਚਨ ਕਰ ਕੇ ਭਰਤਰੀ ਉਸ ਥਾਂ ਤੇ ਸਤਿਗੁਰੂ ਜੀਆਂ ਦੇ ਨਾਲ ਬਚਨ ਬਿਲਾਸ ਹੋਏ ਤੇ ਭਰਤਰੀ ਸਾਧ ਸੰਗਤ ਜੀਓ ਇਥੋਂ ਉਹ ਵਾਪਸ ਸੁਮੇਰ ਪਰਬਤ ਤੇ ਭਰਤਰੀ ਚਲਾ ਗਿਆ। ਸਭ ਸੋ ਕਈ ਆਦੇਸ਼ ਰੁਚਰ ਗੁਣ ਗਾਏ ਕੈ। ਔਰ ਸਾਰਿਆਂ ਨੂੰ ਸਤਿਗੁਰੂ ਜੀਆਂ ਦੇ ਵੱਲੋਂ ਜੋ ਬੁਲਾਈ ਹੋਈ ਆਦੇਸ਼ ਸੀ ਸਾਰਿਆਂ ਨਾਲ ਸਾਂਝ ਪਾਈ। ਔਰ ਭਰਤਰੀ ਉਹਨਾਂ ਸਿੱਧਾਂ ਨੂੰ ਕਹਿਣ ਲੱਗੇ, ਆਵਤ ਮਮ ਪਛਾਤ ਕਹਿਤ ਨੈ ਦੇਰ ਕੋ। ਕਹਿੰਦੇ ਜੀ ਉਹਨਾਂ ਨੇ ਮੈਨੂੰ ਸੁਨੇਹਾ ਦਿੱਤਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੀ ਅਸੀਂ ਆ ਰਹੇ ਹਾਂ, ਬਹੁਤੀ ਦੇਰ ਨਹੀਂ ਲਾਂਦੇ, ਉਹ ਸਾਡੇ ਪਿੱਛੇ ਹੀ ਹਨ, ਛੇਤੀ ਆ ਰਹੇ ਹਨ। ਹੋ ਜਿਨੇ ਬਿਲੋਕਨ ਚਾ ਜੋ ਸ਼ਿਖਰ ਸੁਮੇਰ ਕੋ। ਜਿਨ੍ਹਾਂ ਦੀ ਇੱਛਾ, ਜਿਨ੍ਹਾਂ ਦੇ ਭਾਵ ਆਪਾਂ ਸਾਰੇ ਤੁਸੀਂ ਸਾਰੇ ਦਰਸ਼ਨ ਕਰਨਾ ਚਾਹੁੰਦੇ ਹੋ ਸੁਮੇਰ ਪਰਬਤ ਤੇ, ਸਾਰਿਆਂ ਦੇ ਵਿੱਚੋਂ ਸਾਧ ਸੰਗਤ ਜੀਓ ਕਹਿਣ ਤੋਂ ਭਾਵ ਬਹੁਤਾਤ ਵਿੱਚ ਸਾਰੇ ਤਾਂ ਚਾਹੁੰਦੇ ਵੀ ਨਹੀਂ ਸਨ। ਬੜੇ ਸਨ ਐਸੇ ਜਿਹੜੇ ਪਾਤਸ਼ਾਹ ਜੀਆਂ ਦੇ ਬਾਬਤ ਅਜੇ ਵੀ ਹਿਰਦੇ ਦੇ ਅੰਦਰ ਈਰਖਾ ਦਵੈਸ਼ ਰੱਖੀ ਫਿਰਦੇ ਸਨ। ਕਹਿੰਦੇ ਪਾਤਸ਼ਾਹ ਜੀ ਇੱਥੇ ਆਉਣਗੇ, ਛੇਤੀ ਆਉਣਗੇ। ਕਬਿਤ ਨਾਨਾ ਪਾਤੇ ਆਪਸ ਮੈਂ ਕਰਤ ਵਿਚਾਰ ਸਿੱਧ। ਆਪਸ ਅੰਦਰ ਇਸ ਵਿਦ ਨਾਨਾ ਪ੍ਰਕਾਰ ਦੀਆਂ ਵਿਚਾਰ ਚਰਚਾ ਆਪਸ ਵਿੱਚ ਕਰਦੇ ਹਨ। ਇਤੇ ਮਰਦਾਨਾ ਬੈਨ ਮੁਖ ਸੋ ਕਹਿਤ ਹੈ। ਔਰ ਇਸ ਪਾਸੇ ਭਾਈ ਮਰਦਾਨਾ ਜੀ ਮੁਖੋਂ ਬਚਨ ਕਰਦੇ ਹਨ। ਸ੍ਰੀ ਪ੍ਰਭੂ ਮੁਕੰਦ ਦੁਖ ਦੁੰਦ ਕੇ ਨਿਕੰਦ। हे ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦੁੱਖਾਂ ਨੂੰ ਦੂਰ ਕਰਨ ਵਾਲੇ ਤਥਾ ਮੁਕਤੀ ਦਾਤਾ ਸਤਿਗੁਰੂ ਜੀ। ਅਬ ਦੇਖੀਏ ਸੁਮੇਰ ਜਾਂ ਗੋਰਖ ਰਹਿਤ ਹੈ। ਚੱਲੀਏ ਪਾਤਸ਼ਾਹ ਆਪਾਂ ਜਾ ਕੇ ਹੁਣ ਉਹ ਥਾਂ ਵੇਖ ਲਈਏ ਜਿੱਥੇ ਗੋਰਖ ਰਹਿੰਦਾ ਹੈ। ਸਤਿਗੁਰੂ ਮਹਾਰਾਜ ਜੀ ਕਈ ਰੋਜ਼ ਹੋ ਗਏ ਇੱਥੇ ਆਇਆਂ ਨੂੰ, ਸੁਮੇਰ ਪਰਬਤ ਤੇ ਅਜੇ ਤੱਕ ਪਹੁੰਚੇ ਨਹੀਂ ਜਿੱਥੋਂ ਵਾਸਤੇ ਤੁਰੇ ਹਾਂ। ਚੱਲੀਏ ਪਾਤਸ਼ਾਹ ਆਪਾਂ ਜਾ ਕੇ ਉਸ ਥਾਂ ਇਹਨਾਂ ਦੇ ਟਿੱਲੇ ਦੇ ਉੱਪਰ ਜਾਂ ਉਸ ਥਾਂ ਆਪਾਂ ਚੱਲੀਏ। ਬੇਦੀ ਬੰਸ ਤਾਲ ਕੇ ਕਮਲ ਸੁਨ ਬੋਲੇ ਤਬੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਬੇਦੀ ਕੁਲ ਦੇ ਦੀਪਕ ਸਤਿਗੁਰੂ ਜੀ ਆਪਣੀ ਮੁਬਾਰਕ ਰਸਨਾ ਤੋਂ ਬਚਨ ਕਰਦੇ ਹਨ। ਚਲੋ ਮਰਦਾਨਾ ਦੇਖ ਦੇਖਿਓ ਜੋ ਚੈਤ। ਚਲੋ ਭਾਈ ਮਰਦਾਨਾ ਜੀ, ਜਿਵੇਂ ਤੁਹਾਡੀ ਇੱਛਾ ਹੋਵੇ, ਜੋ ਤੁਸੀਂ ਤੱਕਣਾ ਜਾਂ ਵੇਖਣਾ ਚਾਹੁੰਦੇ ਹੋ। ਐਸੇ ਕਹਿ ਗਏ ਐ ਸੁਮੇਰ ਪਰ ਤਤਕਾਲ। ਇੰਨੇ ਬਚਨ ਹੁੰਦਿਆਂ ਸਾਰ ਮਹਾਰਾਜ ਜੀ ਤਤਕਾਲ ਛੇਤੀ ਹੀ ਸੁਮੇਰ ਪਰਬਤ ਪਰ ਪਹੁੰਚੇ ਹਨ। ਜਹਾਂ ਸਿੱਧ ਮੰਡਲੀ ਸੋ ਗੋਰਖ ਸਹਿਤ ਹੈ। ਜਿਸ ਥਾਂ ਤੇ ਗੁਰੂ ਗੋਰਖ ਦੇ ਕੋਲ ਸਾਰੀ ਸਿੱਧ ਮੰਡਲੀ ਉਹਨਾਂ ਦੀ ਉਸ ਥਾਂ ਜੁੜੀ ਬੈਠੀ ਸੀ। ਜਦੋਂ ਪਾਤਸ਼ਾਹ ਜੀਆਂ ਨੇ ਕਿਹਾ ਸੀ ਵੀ ਅਸੀਂ ਆ ਰਹੇ ਹਾਂ, ਸਾਰੇ ਪਹਿਲਾਂ ਹੀ ਤਿਆਰੇ ਖਿੱਚ ਕੇ ਬੈਠੇ ਹੋਏ ਹਨ। ਕੋਈ ਸਤਿਗੁਰੂ ਜੀਆਂ ਨੂੰ ਜੀ ਆਇਆਂ ਕਹਿਣ ਵਾਸਤੇ ਤੇ ਕੋਈ ਮਹਾਰਾਜ ਜੀਆਂ ਦੇ ਨਾਲ ਭਿੜਨ ਵਾਸਤੇ। ਹੁਣ ਤਿਆਰੀਆਂ ਤਾਂ ਸਾਰਿਆਂ ਨੇ ਖਿੱਚੀਆਂ ਹਨ, ਕੋਈ ਪ੍ਰੇਮ ਨਾਲ ਮਿਲਣ ਵਾਸਤੇ ਬੈਠਾ ਹੈ ਤੇ ਕੋਈ ਪਾਤਸ਼ਾਹ ਜੀ ਦੇ ਨਾਲ ਈਰਖਾ ਵਸ ਹੋ ਕੇ ਵੀ ਆਇਆ ਹੈ। ਕਬਿਤ
करे निज ज्ञान को बखान जै थान बैसे। ਜਿਸ ਥਾਂ ਤੇ ਨਿਜ ਗਿਆਨ ਭਾਵ ਗੁਰਖ ਜਿਸ ਥਾਏ ਬੈਠਾ ਹੈ। नानक जी जाए के आदेश है उचारिया। ਪਾਤਸ਼ਾਹ ਜੀਆਂ ਨੇ ਉਸ ਥਾਏ ਸਾਰੇ ਜਿਹੜੇ ਬੈਠੇ ਹੋਏ ਸਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਾ ਉਹਨਾਂ ਨੂੰ ਆਦੇਸ਼ ਉਚਾਰੀ ਹੈ। ਭਾਵ ਮਿਲਣ ਤੋਂ ਪਹਿਲਾਂ ਪਾਤਸ਼ਾਹ ਜੀਆਂ ਨੇ ਆਦੇਸ਼ ਉਚਾਰੀ। गोरख कहते आद पुरख आदेश बाले। ਹੁਣ ਗੋਰਖ ਨੇ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਖੋਂ ਬਚਨ ਕਰਦੇ ਨੇ ਨਾ ਆਦੇਸ਼ ਇੱਕ ਓੰਕਾਰ ਨੂੰ ਆਦੇਸ਼ ਆਦ ਪੁਰਖ ਨੂੰ। ਕਿਉਂਕਿ ਪਿੱਛੇ ਆਪਾਂ ਜਿੰਨਾ ਵੀ ਸਰਵਣ ਕਰਦੇ ਆਏ ਸਿੱਧਾ ਨੇ ਆਣ ਕੇ ਆਦੇਸ਼ ਕਹਿਣਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਹਿਣਾ ਆਦੇਸ਼ ਆਦ ਪੁਰਖ ਨੂੰ। ਨਮਸਕਾਰ ਹੈ ਉਸ ਪਰਮ ਆਤਮਾ ਨੂੰ ਪਰਿਪੂਰਨ ਪਰਮਾਤਮਾ ਨੂੰ। ਅੱਜ ਉਲਟ ਹੋਇਆ। ਅੱਜ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਾ ਕੇ ਆਦੇਸ਼ ਕੀਤੀ ਤੇ ਗੋਰਖ ਲੱਗਾ ਕਹਿਣ ਜੀ ਆਦੇਸ਼ ਆਦ ਪੁਰਖ ਨੂੰ। ਜੋ ਸਤਿਗੁਰੂ ਮਹਾਰਾਜ ਜੀਆਂ ਦਾ ਬੋਲਾ ਸੀ ਉਹੀ ਬੋਲਾ ਹੁਣ ਗੋਰਖ ਨੇ ਵਰਤਿਆ ਹੈ। ਭਾਵ ਕਿ ਸਤਿਗੁਰੂ ਮਹਾਰਾਜ ਜੀਆਂ ਦਾ ਪ੍ਰਥਮ ਪ੍ਰਭਾਵ ਇਹਨੇ ਥੋੜਾ ਕਬੂਲ ਲਿਆ ਹੈ। ਸਾਰੀ ਖਬਰ ਉਹਨਾਂ ਨੇ ਜਾ ਕੇ ਪਹਿਲਾਂ ਦੱਸ ਦੇਣੀ। ਸਤਿਗੁਰੂ ਮਹਾਰਾਜ ਜੀਆਂ ਦਾ ਪ੍ਰਭਾਵ ਇਹਦੇ ਉੱਪਰ ਸੀ। आओ बैठ मेरे टिग अत सत्कारिया। ਔਰ ਮਹਾਰਾਜ ਜੀਆਂ ਨੂੰ ਬੜੇ ਸਤਕਾਰ ਸਹਿਤ ਇਹਨਾਂ ਕਿਹਾ ਵੀ ਆਓ ਤੁਸੀਂ ਪਾਤਸ਼ਾਹ ਮੇਰੇ ਕੋਲ ਬਹਿਣਾ ਕਰੋ। मन में विचारे मत हमरो जितारे। ਫਿਰ ਵੀ ਲੱਗੇ ਕਹਿਣ ਮਨ ਅੰਦਰ ਪਾਤਸ਼ਾਹ ਜੀਆਂ ਦੇ ਸੁੰਦਰ ਸਵਰੂਪ ਨੂੰ ਤੱਕਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਡੀਕ ਡੋਲ ਤੱਕੀ। ਮਹਾਰਾਜ ਜੀਆਂ ਦੇ ਬਚਨ ਕਰਨ ਵਿਚਾਰ ਕਰਨ ਦਾ ਢੰਗ ਤਰੀਕਾ ਵੇਖ ਕੇ ਮਨ ਅੰਦਰ ਇਹ ਸੋਚਣ ਲੱਗਾ ਜੇ ਕਿਤੇ ਇਹ ਸਾਡੇ ਪੰਥ ਵੱਲ ਆ ਜਾਣ। जगत बिथारे जस पूरे पुजारिया। ਔਰ ਸਾਰੇ ਪਾਸੇ ਸਾਡੇ ਮਤ ਦਾ ਨਿਰਮਲ ਉਪਦੇਸ਼ ਸਾਰੇ ਮਤ ਦੇ ਅੰਦਰ ਸਾਰੇ ਜਗਤ ਦੇ ਅੰਦਰ ਚੰਗੀ ਤਰ੍ਹਾਂ ਫੈਲਾ ਦੇਵੇ। ऐसे परथरी संग बोलियो लियाओ प्याला जाए। ਔਰ ਇੰਨੇ ਜੇ ਬਚਨ ਬਲਾਸ ਹੋਏ ਗੋਰਖ ਜੀ ਭਰਤਰੀ ਨੂੰ ਆਵਾਜ਼ ਮਾਰ ਕੇ ਲੱਗੇ ਕਹਿਣ ਕਹਿੰਦੇ ਜਾਓ ਗੁਰੂ ਨਾਨਕ ਦੇਵ ਮਹਾਰਾਜ ਆਏ ਹੋਏ ਹਨ ਇਹਨਾਂ ਵਾਸਤੇ ਜਾਓ ਤੁਸੀਂ ਪਿਆਲਾ ਲੈ ਕੇ ਆਓ। ਜਾਓ ਤੁਸੀਂ ਇਹਨਾਂ ਦੇ ਵਾਸਤੇ ਕੁਝ ਪੀਣ ਦਾ ਪ੍ਰਬੰਧ ਕਰੋ। नानक को देओ लेव लागे मतवारिया। ਔਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਜੋ ਲਿਵ ਹੈ ਪਰਮਾਤਮਾ ਦੇ ਸੰਗ ਆਪਾਂ ਜੋੜ ਦਈਏ। ਸਤਿਗੁਰੂ ਮਹਾਰਾਜ ਜੀਆਂ ਦੀ ਲਿਵ ਜੋੜਨ ਦੀ ਬਾਤ ਕਰ ਰਹੇ ਹਾਂ। ਕਹਿੰਦੇ ਆਓ ਲਿਆਓ ਪਿਆਲਾ। ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਲਿਵ ਜੋ ਹੈ ਪਰਮਾਤਮਾ ਦੇ ਸੰਗ ਜੁੜ ਜਾਏ ਇਹ ਮਸਤੀ ਨਾਲ ਖੀਵੇ ਹੋ ਜਾਣ। कबित आन्यो तब ताए गुरु अग्रज बनाए रखियो। ਉਹਨਾਂ ਨੇ ਜੋ ਪਹਿਲਾਂ ਹੀ ਬਣਾ ਕਰਕੇ ਰੱਖੇ ਉਹਨਾਂ ਛੇਤੀ ਨਾਲ ਉਹ ਪਿਆਲਾ ਲਿਆਂਦਾ। ऊजे मत वाला बाले या को अब पीजिए। ਇਹ ਬਾਲਕ ਤੁਸੀਂ ਇਹ ਪਿਆਲਾ ਪੀਓ ਔਰ ਪਿਆਲਾ ਪੀ ਕੇ ਮਤ ਵਾਲੇ ਮਸਤ ਹੋ ਜਾਓ। ਮਹਾਰਾਜ ਜੀਆਂ ਨੂੰ ਉਹ ਪਿਆਲਾ ਲੱਗੇ ਦੇਣ ਕਹਿੰਦੇ ਤੁਸੀਂ ਪਿਆਲਾ ਪੀਓ ਔਰ ਪਿਆਲਾ ਪੀ ਕਰਕੇ ਤੁਸੀਂ ਮਸਤ ਹੋ ਜਾਵੋ। श्री गुरबखानी ए कैसे आन्यो पानी तुम। ਮਹਾਰਾਜ ਜੀਆਂ ਨੇ ਵੇਖ ਕੇ ਲੱਗੇ ਕਹਿਣ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹ ਤੁਸੀਂ ਪਾਣੀ ਕਿਹੜਾ ਪੀਣ ਵਾਸਤੇ ਮੇਰੇ ਲਈ ਲੈ ਕੇ ਆਏ ਹੋ। ਜਦੋਂ ਪਾਤਸ਼ਾਹ ਜੀਆਂ ਦੇ ਸਮਕਸ਼ ਉਹਨਾਂ ਪਿਆਲਾ ਪੇਸ਼ ਕੀਤਾ ਮਹਾਰਾਜ ਜੀਆਂ ਨੇ ਵੇਖ ਕੇ ਕਹਿੰਦੇ ਭਾਈ ਇਹ ਤੁਸੀਂ ਕਿਹੜਾ ਪਾਣੀ ਲੈ ਕੇ ਆਏ ਹੋ। गोरख कहत पीव लेव को लगी जिए। ਗੋਰਖ ਲੱਗਾ ਜੀ ਕਹਿਣ ਕਹਿੰਦੇ ਇਸ ਪਿਆਲੇ ਨੂੰ ਪੀਓ ਤੇ ਪੀ ਕੇ ਮਸਤ ਹੋ ਜਾਓ। ਇਹ ਪਿਆਲਾ ਤੁਸੀਂ ਪੀਓ ਤੇ ਵੇਖੋ ਤੁਹਾਡੀ ਲਿਵ ਟੁੱਟਣੀ ਨਹੀਂ ਤੁਹਾਡੀ ਲਿਵ ਜੁੜੀ ਰਹੇਗੀ। ਤੁਹਾਡੀ ਲਿਵ ਪਰਮਾਤਮਾ ਦੇ ਨਾਲ ਜੁੜ ਜਾਏਗੀ ਜੇ ਤੁਸੀਂ ਇਹ ਪਿਆਲਾ ਪੀ ਲਿਆ। सीसों ते काल टरे भूख प्यास दो हरे। ਸਿਰ ਦੇ ਉੱਪਰੋਂ ਮੌਤ ਟਲ ਜਾਏਗੀ ਔਰ ਭੁੱਖ ਤੇ ਪਿਆਸ ਦੋਵੇਂ ਦੂਰ ਹੋ ਜਾਣਗੀਆਂ ਜੇ ਤੁਸੀਂ ਇਸ ਪਿਆਲੇ ਨੂੰ ਪੀ ਲਵੋ। तीनों ताप नाश करे चौथे पद पीजिए। ਔਰ ਤਿੰਨੇ ਜਿਹੜੇ ਹਨ ਤਿੰਨੇ ਤਾਪ ਇਹ ਦੂਰ ਹੋ ਜਾਣਗੇ ਚੌਥੇ ਪਦ ਵਿੱਚ ਲਿਵ ਜੁੜ ਜਾਏਗੀ। बिसरे जो मेरी तेरी रिद सिद्ध होए चेरी। ਔਰ ਜਿਹੜੀ ਵੀ ਮੇਰੀ ਤੇਰੀ ਮੇਰ ਤੇਰ ਹੈ ਇਹ ਸਾਰੀ ਵਿਸਰ ਜਾਏਗੀ ਔਰ ਰਿੱਧੀਆਂ ਸਿੱਧੀਆਂ ਦਾਸੀਆਂ ਬਣ ਜਾਣਗੀਆਂ। सोनिए कनेरी तुन अमर
ਹੋਵੀ ਜੀਏ। ਔਰ ਇੱਕ ਰਸ ਤੁਹਾਨੂੰ ਕੰਨਾਂ ਦੇ ਅੰਦਰ ਜਿਹੜੀ ਹੈ ਧੁਨ ਸੁਣਾਈ ਦਵੇਗੀ, ਤੁਸੀਂ ਅਮਰ ਹੋ ਜਾਓਗੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਉਸ ਪਿਆਲੇ ਦੇ ਗੁਣ ਲੱਗੇ ਹਨ ਦੱਸਣ। ਸਤਿਗੁਰੂ ਜੀਆਂ ਦੇ ਨਾਲ ਉਸ ਪਿਆਲੇ ਦੇ ਗੁਣਾਂ ਦੀ ਸਾਂਝ ਪਾ ਰਹੇ ਹਨ। ਸਵਈਆ ਸ਼੍ਰੀ ਗੁਰ ਬੂਝਤ ਕੌਣ ਬੀਦੀ, ਤੁਮ ਕਾਢ ਲਿਓ ਮਦ ਦੇਹੋ ਬਤਾਈ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹਨਾਂ ਨੂੰ ਪੁੱਛਿਆ ਵੀ ਸਾਨੂੰ ਦੱਸੋ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਮਦ ਜਿਹੜਾ ਨਸ਼ਾ ਹੈ ਕਿਸ ਤਰੀਕੇ ਨਾਲ ਤਿਆਰ ਕੀਤਾ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨਸ਼ੇ ਨੂੰ ਤਿਆਰ ਕੀਤਾ ਹੈ। ਝੰਗਰ ਪਾਕੇ ਕਰੀ ਪਠੀਆ, ਚਿਤਲਾਹਣ ਕੋ ਕਰ ਕੈ ਕਸ ਪਾਈ। ਕਹਿੰਦੇ ਜੀ ਉਸ ਵਕਤ ਹੋਰ ਤਾਂ ਕੋਈ ਨਹੀਂ ਬੋਲਿਆ, ਨਾ ਗੋਰਖ ਬੋਲਿਆ ਤੇ ਨਾ ਹੀ ਭਰਥਰੀ ਜੀ ਬੋਲੇ। ਕੋਲ ਝੰਗਰਨਾਥ ਬੈਠਾ, ਕਹਿੰਦੇ ਛੇਤੀ ਨਾਲ ਬੋਲ ਪਿਆ ਮਹਾਰਾਜ ਜੀਆਂ ਨੂੰ। ਕਹਿੰਦੇ ਜੀ ਅਸੀਂ ਪ੍ਰਿਥਵੀ ਦੇ ਉੱਪਰ ਇੱਕ ਭੱਠੀ ਬਣਾ ਕੇ ਉਹਦੇ ਵਿੱਚ ਲਾਹਣ ਪਾ ਕੇ ਅਸੀਂ ਉਸ ਨੂੰ ਇੱਕ ਤਰੀਕੇ ਨਾਲ ਪਾਵਕ ਜਾਰ ਕੇ ਲਾਏ ਨਲੀ, ਕਟ ਤੋਂ ਮਦ ਕੀ ਸ਼ੁਭ ਤਾਰ ਚੁਆਈ। ਅਸੀਂ ਉਹਦੇ ਅੰਦਰ ਇੱਕ ਢੰਗ ਤਰੀਕੇ ਦੇ ਨਾਲ ਘੜੇ ਵਿੱਚ ਇੱਕ ਨਲੀ ਲਾ ਕਰਕੇ ਉਸ ਭਾਂਡੇ ਦੇ ਹੇਠਾਂ ਅੱਗ ਬਾਲ ਕੇ, ਅੱਗ ਦੇ ਨਾਲ ਸੇਕ ਬਾਲ ਕੇ ਅਸੀਂ ਇੱਕ ਰਸ ਉਹਦੇ ਵਿੱਚੋਂ ਨਸ਼ਾ ਕੱਢਿਆ ਹੈ, ਲਾਹਣ ਦੇ ਵਿੱਚੋਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਜਿਹੜਾ ਇਹਨਾਂ ਨੇ ਪਿਆਲਾ ਦਿੱਤਾ, ਮਹਾਰਾਜ ਜੀਆਂ ਨੂੰ ਲੱਗੇ ਦੱਸਣ। ਕਹਿੰਦੇ ਜੀ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਇਹ ਲਾਹਣ ਦੇ ਵਿੱਚੋਂ ਜਿਹੜਾ ਹੈ ਇਹ ਮਦ ਨਸ਼ਾ ਤਿਆਰ ਕੀਤਾ ਹੈ। ਪੀਵਤ ਈ ਦੁਖ ਸੁਖ ਸਮਾਨ, ਲਗੀ ਲੇਵ ਜੋ ਕਬ ਡੋਲ ਨਾ ਜਾਈ। ਮਹਾਰਾਜ ਜੀ ਨੂੰ ਲੱਗੇ ਕਹਿਣ, ਕਹਿੰਦੇ ਜੀ ਪੀਂਦਿਆਂ ਸਾਰ ਦੁੱਖ ਸੁੱਖ ਇੱਕ ਸਮਾਨ ਹੋ ਜਾਣਗੇ। ਔਰ ਜਿਹੜੀ ਲੱਗੀ ਹੋਈ ਲਿਵ ਹੈ ਫਿਰ ਇਹ ਲਿਵ ਡੋਲਦੀ ਨਹੀਂ, ਇੱਕ ਰਸ ਲਗਾਤਾਰ ਜਿਹੜੀ ਲਿਵ ਇਹ ਲੱਗੀ ਰਹੇਗੀ, ਇਹ ਲਿਵ ਟੁੱਟੇਗੀ ਨਹੀਂ, ਇਹ ਲਿਵ ਤੁਹਾਡੀ ਪੱਕੀ ਜੁੜ ਜਾਏਗੀ। ਦੋਹਰਾ ਕਮਲ ਬਦਨ ਸਭ ਸੁਖ ਸਦਨ, ਸੁਨ ਕਰ ਤੇ ਨਿਆਸ ਬੈਨ। ਕਮਲ ਬਦਨ ਵਾਲੇ ਸੁਖਾਂ ਦੇ ਦਾਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਤਿਨਾਂ ਦੇ ਪਾਸੋਂ ਇੰਨੇ ਬਚਨ ਸੁਣ ਕਰਕੇ ਬੋਲੇ ਮਦ ਕੀ ਜੁਗਤ ਸੋ, ਜੋ ਦਾਸਨ ਗਤ ਦੇਨ। ਮਹਾਰਾਜ ਜੀਆਂ ਨੇ ਸਾਧ ਸੰਗਤ ਜੀਓ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਮਦ ਦੀ ਜਿਹੜੀ ਜੁਗਤ ਹੈ, ਨਸ਼ਾ ਤਿਆਰ ਕਰਨ ਦੀ ਜੁਗਤ ਮਹਾਰਾਜ ਉਹ ਪਏ ਦੱਸਦੇ ਹਨ ਉਹਨਾਂ ਨੂੰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਸ ਪ੍ਰਕਾਰ ਦੇ ਨਾਲ ਜਿਹੜਾ ਉਹ ਨਾਮ ਰੂਪੀ ਰਸ ਨਸ਼ਾ ਮਹਾਰਾਜ ਜੀਆਂ ਨੇ ਜਿਹੜਾ ਤਿਆਰ ਕੀਤਾ, ਆਸਾ ਰਾਗ ਦੇ ਅੰਦਰ ਸ਼ਬਦ ਮਹਾਰਾਜ ਜੀਆਂ ਨੇ ਉਚਾਰਿਆ ਹੈ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ, ਸਹਿਜ ਰੰਗ। ਹੇ ਭਾਈ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜਿਹੜਾ ਇਹ ਨਸ਼ਾ ਹੈ ਨਾ, ਇਹ ਸਦੀਵੀਂ ਤਾਰਾਂ ਜੋੜ ਦਿੰਦਾ ਹੈ। ਜਿਨ੍ਹਾਂ ਨੇ ਗਿਆਨ ਨੂੰ ਗੁੜ ਬਣਾਇਆ, ਧਿਆਨ ਨੂੰ ਮਹੂਏ ਦੇ ਫੁੱਲ ਬਣਾਏ, ਗੁੜ ਕਰ ਗਿਆਨ ਧਿਆਨ ਕਰ ਧਾਵੈ। ਧਾਵੈ ਕਹਿੰਦੇ ਨੇ ਮਹੂਏ ਦੇ ਫੁੱਲ, ਜਿਹਦੇ ਅੰਦਰ ਤਾੜੀ ਜਿਹੜਾ ਨਸ਼ਾ ਜਿਨ੍ਹਾਂ ਫੁੱਲਾਂ ਵਿੱਚ ਹੈ। ਕਰ ਕਰਨੀ ਕਸ ਪਾਈਆ, ਉੱਚੇ ਆਚਰਨ ਨੂੰ ਅਸੀਂ ਸ਼ੱਕ ਬਣਾਇਆ ਹੈ, ਜਿਹੜਾ ਵਿੱਚ ਅਸੀਂ ਨਾਲ ਇਹਦੇ ਵਿੱਚ ਹੋਰ ਪਾਇਆ। ਭਾਠੀ ਭਵਨ ਪ੍ਰੇਮ ਕਾ ਪੋਚਾ, ਔਰ ਇਸ ਭਾਠੀ ਅੰਦਰ ਇਸ ਪਿੰਡੇ ਦੇ ਅੰਦਰ ਮਾਲਕ ਦਾ ਪ੍ਰੇਮ ਜਗਾਇਆ। ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚੁਆਈਆ। ਤੇ ਇਹਦੇ ਵਿੱਚੋਂ ਜਿਹੜਾ ਰਸ ਚੋਇਆ, ਜਿਹੜਾ ਅਸੀਂ ਉਹ ਰਸ ਚੋ ਕੇ ਪਰਿਪੂਰਨ ਪਰਮਾਤਮਾ ਦੇ ਨਾਲ ਜਿਹੜੀ ਸਾਡੀ ਤਾਰ ਜੁੜੀ ਹੈ, ਲਿਵ ਜੁੜੀ ਹੈ। ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ। ਹੇ ਭਾਈ ਜਿਹੜਾ ਇਹ ਰਸ ਹੈ ਨਾ, ਇਹ ਰਸ ਜਿਹੜਾ ਹੈ ਇਹ ਸਦੀਵੀ ਰਸ ਹੈ।
ਇਹ ਜਿਨ੍ਹਾਂ ਨੇ ਰਸ ਪੀ ਲਿਆ ਉਹਨਾਂ ਨੂੰ ਦੁਨਿਆਵੀ ਰਸ ਫਿਰ ਸਾਰੇ ਫੋਕੇ ਆਣ ਲੱਗੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਵੇਖੋ ਸਾਧ ਸੰਗਤ ਜੀਓ ਜਿਹੜਾ ਏ ਮਹਾਰਾਜ ਜੀਆਂ ਨੂੰ ਪੀਣ ਦੇ ਵਾਸਤੇ ਸ਼ਰਾਬ ਉਹਨਾਂ ਨੇ ਪੇਸ਼ ਕੀਤੀ ਮਹਾਰਾਜ ਜੀ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਿਰਮਲ ਪੰਥ ਨੇ ਕਿੰਨਾ ਚਿਰ ਪਹਿਲਾਂ ਰੋਕ ਦਿੱਤਾ ਹੈ। ਲੋਕਾਈ ਅੱਜ ਇਸ ਨਸ਼ੇ ਦੇ ਅੰਦਰ ਗੁਲਤਾਨ ਹੈ ਜਾਂ ਉਸ ਤੋਂ ਵੀ ਭਿਅੰਕਰ ਜਿਹੜੇ ਹਨ ਨਸ਼ੇ ਆਏ ਹੋਏ ਹਨ ਸਮਾਜ ਦੇ ਅੰਦਰ। ਤੇ ਮਹਾਰਾਜ ਜੀਆਂ ਨੇ ਸਮਾਜ ਨੂੰ ਪਹਿਲਾਂ ਹੀ ਕਿੰਨੀ ਸੋਹਣੀ ਜਿਹੜੀ ਹੈ ਸੇਧ ਦੇ ਦਿੱਤੀ, ਭਾਈ ਇਹਨਾਂ ਨਸ਼ਿਆਂ ਦੇ ਅੰਦਰ ਨਹੀਂ ਜਾਣਾ। ਜਦੋਂ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਪਾਵਨ ਪਵਿੱਤਰ ਬਚਨ ਬਿਲਾਸ ਹੁੰਦੇ ਹਨ ਸਤਿਗੁਰੂ ਜੀਆਂ ਦੇ ਮੁਬਾਰਕ ਸ਼ਬਦਾਂ ਵਿੱਚ, ਉੱਥੇ ਵੀ ਮਹਾਰਾਜ ਜੀਆਂ ਨੇ ਸਤਿਗੁਰੂ ਜੀਆਂ ਨੇ ਇਹੋ ਤਾਕੀਦ ਕੀਤੀ ਹੈ, ਸਾਧ ਸੰਗਤ ਜੀਓ ਘਰਾਂ ਦੇ ਘਰ ਜਿਹੜੇ ਹਨ ਇਹਨਾਂ ਨਸ਼ਿਆਂ ਦੇ ਅੰਦਰ ਬਰਬਾਦ ਹੋ ਗਏ, ਇਸ ਦਾਰੂ ਦੇ ਸ਼ਰਾਬ ਦੇ ਨਸ਼ੇ ਦੇ ਅੰਦਰ। ਜਿਵੇਂ ਕਹਿੰਦੇ ਹਨ, ਕਹਿੰਦੇ ਕੋਈ ਨਾ ਇੱਕ ਠੇਕੇ ਦੇ ਉੱਪਰ ਦਾਰੂ ਲੈਣ ਵਾਸਤੇ ਨਸ਼ੇ ਦੀ ਬੋਤਲ ਦਾਰੂ ਲੈਣ ਵਾਸਤੇ ਠੇਕੇ ਤੇ ਗਿਆ, ਤੇ ਜਿਹੜੇ ਇੱਕ ਬਾਰੀ ਦੇ ਵਿੱਚੋਂ ਮੋਰੀ ਦੇ ਵਿੱਚੋਂ ਬੋਤਲ ਫੜਨੀ ਸੀ ਠੇਕੇ ਵਾਲੇ ਨੂੰ ਲੱਗਾ ਕਹਿਣ, ਕਹਿੰਦੇ ਜਿਹੜੀ ਆ ਮੋਰੀ ਰੱਖੀ ਹੋਈ ਹੈ ਨਾ ਤੁਸੀਂ ਬੋਤਲ ਫੜਾਉਣ ਵਾਸਤੇ ਛੋਟੀ ਰੱਖੀ ਹੈ, ਇਹਨੂੰ ਮਾਸਾ ਵੱਡੀ ਕਰ ਦਿਓ ਬੋਤਲ ਬੰਦਾ ਸੌਖੀ ਫੜ ਲਵੇ। ਅੱਗੋਂ ਠੇਕੇ ਵਾਲੇ ਨੇ ਕਿਹਾ, ਕਹਿੰਦੇ ਜੀ ਇਹਦੇ ਵਿੱਚੋਂ ਤਾਂ ਮੈਂ ਲੋਕਾਂ ਦੇ ਕਿੱਲਿਆਂ ਦੇ ਕਿੱਲੇ ਲੰਘਾ ਦਿੱਤੇ ਹਨ, ਤੂੰ ਇੱਕ ਬੋਤਲ ਦੀ ਗੱਲ ਕਰਦਾ ਹਾਂ। ਮੈਂ ਇਸ ਮੋਰੀ ਦੇ ਵਿੱਚੋਂ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਕਿੱਲਿਆਂ ਦੇ ਕਿੱਲੇ ਲੰਘਾ ਦਿੱਤੇ ਹਨ, ਤੂੰ ਇੱਕ ਨਿੱਕੀ ਮੋਰੀ ਦੀ ਬਾਤ ਕੀਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀਓ ਮਿਲੇ ਹਨ ਸੁਮੇਰ ਪਰਬਤ ਤੇ ਸਿੱਧ ਝੰਗਰਨਾਥ ਨੇ ਤਰੀਕਾ ਬੜੇ ਚਾਈ ਦੱਸਿਆ ਜੀ। ਪਾਤਸ਼ਾਹ ਤਰੀਕਾ ਪੁੱਛ ਰਹੇ ਨੇ, ਮਹਾਰਾਜ ਜੀਆਂ ਨੇ ਉਹਨੂੰ ਮੱਤ ਦੇਣ ਵਾਸਤੇ ਤਰੀਕਾ ਪੁੱਛਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਬਾਬਰ ਦੀ ਵੀ ਜਿਹੜੀ ਵਿਚਾਰ ਹੋਈ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਾਬਰ ਨੂੰ ਵੀ ਇਹੋ ਗੱਲ ਕਹੀ। ਬਾਬਰ ਨੇ ਕਿਹਾ ਸੀ, ਪਾਤਸ਼ਾਹ ਇੱਕ ਵਾਰੀ ਜ਼ਿੰਦਗੀ ਮਿਲੀ ਹੈ ਆਪਣੀ ਰੱਜ ਕੇ ਜਿਉਵੋ। ਮਹਾਰਾਜ ਕਹਿੰਦੇ ਇਹੀ ਤਾਂ ਬਾਬਰ ਮੈਂ ਤੈਨੂੰ ਕਹਿ ਰਿਹਾ ਹਾਂ, ਬਾਬਰ ਬਾਹੋਸ਼ ਬਾਸ਼ ਕਿ ਆਲਮ ਦੁਬਾਰਾ ਨੇਸ਼ਤ। ਬਾਬਰ ਹੋਸ਼ ਕਰ, ਬਾਬਰ ਹੋਸ਼ ਕਰ ਇਸ ਗੱਲ ਤੇ ਕਿ ਜ਼ਿੰਦਗੀ ਇੱਕ ਵਾਰ ਮਿਲੀ ਹੈ ਦੁਬਾਰਾ ਨਹੀਂ ਮਿਲਣੀ। ਇਹਨੂੰ ਤੂੰ ਏਦਾਂ ਭੰਗ ਦੇ ਪਹਾੜੇ ਅਜਾਈ ਨਾ ਕਰ, ਇਹਨੂੰ ਏਦਾਂ ਨਸ਼ਿਆਂ ਵਿੱਚ ਗੁਲਤਾਨ ਨਾ ਕਰ, ਇਹਨੂੰ ਸੰਭਲ ਕੇ ਤੁਰ, ਇਹਨੂੰ ਸੰਭਾਲ ਕੇ ਤੁਰ, ਤੂੰ ਆਪਣੀ ਇਸ ਜ਼ਿੰਦਗੀ ਨੂੰ ਅਜਾਈ ਨਾ ਜਾਣ ਦੇ। ਮਹਾਰਾਜ ਜੀ ਉੱਥੇ ਫਿਰ ਸ਼ਬਦ ਉਚਾਰਦੇ ਹਨ, ਭਾਈ ਮਰਦਾਨਾ ਜੀ ਦੇ ਨਾਲ ਆਸਾ ਰਾਗ ਦਾ ਸ਼ਬਦ ਬਾਬਾ ਜੀ ਨੇ ਗਾਵਿਆ, ਭਾਈ ਮਰਦਾਨਾ ਜੀ ਨੇ ਨਾਲ ਰਬਾਬ ਦੀਆਂ ਤਾਰਾਂ ਛੇੜੀਆਂ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਪਾਠੀ ਭਵਨ ਪ੍ਰੇਮ ਕਾ ਪੂਛਾ, ਇਤ ਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੂ ਨਾਮ ਰਸ ਪੀਵੈ। ਮਹਾਰਾਜ ਇਹ ਸ਼ਬਦ ਉਚਾਰਦੇ ਹਨ। ਸਾਰੇ ਸਿੱਧ ਉਸ ਥਾਈਂ ਬੈਠ ਕੇ ਮਹਾਰਾਜ ਜੀਆਂ ਤੋਂ ਇਸ ਬਿਧ ਬਚਨ ਸੁਣਦੇ ਹਨ। ਦੋਹਰਾ ਅਸ ਪ੍ਰਕਾਰ ਕੇ ਬਚਨ ਸੁਨ, ਸਿੱਧ ਸਰਬ ਤੈ ਕਾਲ। ਔਰ ਪਾਤਸ਼ਾਹ ਜੀਆਂ ਦੇ ਕੋਲੋਂ ਸਾਧ ਸੰਗਤ ਜੀਓ ਇਸ ਪ੍ਰਕਾਰ ਦੇ ਜਿਹੜੇ ਸਿੱਧਾਂ ਨੇ ਮਹਾਰਾਜ ਜੀਆਂ ਦੇ ਕੋਲ ਬੈਠ ਕੇ ਬਚਨ ਸੁਣੇ। ਨਿਜ ਮਤ ਕੇ ਅਨੁਸਾਰ ਹੋਏ, ਬੋਲੇ ਪਰਮ ਰਸਾਲ। ਉਹ ਬੜੇ ਮਿੱਠੇ ਹੋ ਕਰਕੇ ਉਹਨਾਂ ਨੇ ਫਿਰ ਜਿਹੜਾ ਉਹਨਾਂ ਦਾ ਆਪਣਾ ਮਤ ਸੀ, ਆਪਣੇ ਮਤ ਦੇ ਵਿੱਚੋਂ ਵੀ ਉਹਨਾਂ ਨੇ ਬੋਲਣੇ ਸ਼ੁਰੂ ਕੀਤੇ। ਸਿੱਧਨ ਵਾਚ ਧਨ ਜੋਬਨ ਕੀ ਕਰੇ ਨਾ ਆਸਾ। ਲੱਗੇ ਕਾਣ ਵੀ ਧਨ ਤਥਾ ਜੋਬਨ ਦੀ ਜੀਵਨ ਦੇ ਅੰਦਰ ਕੋਈ ਆਸਾ ਨਾ ਰੱਖੇ। ਪਰ ਤ੍ਰਿਏ ਅੰਗ ਨ ਲਾਵੇ ਪਾਸਾ। ਔਰ ਪਰਤ੍ਰਿਆ ਤਨ ਦੇ ਨਾਲ ਕਦੇ ਵੀ ਸੰਗ ਨਾ ਕਰੇ। ਨਾਦ ਬਿੰਦ ਕਟ ਪੀਤਰ ਤਰੇ। ਸਾਹਿਬ ਦਾ ਧਿਆਨ ਹਿਰਦੇ ਅੰਦਰ ਰੱਖੇ। ਤਿਸ ਕੀ ਸੇਵਾ ਪਰਬਤ ਕਰੇ। ਉਹਨਾਂ ਦੀ ਸੇਵਾ ਦੇ ਅੰਦਰ ਵੱਡੇ ਵੱਡੇ ਪਰਬਤ ਵੀ ਆਣ ਜੁੜਦੇ ਹਨ। ਬੋਲੇ ਪਰਬਤ ਸਤ ਸਰੂਪ। ਇਸ ਵਿਦ ਦੇ ਨਾਲ ਉਹ ਲੱਗੇ ਕਹਿਣ, ਪਰਮ ਤਤ ਮੈਂ ਰੇਖ ਨਾ
ਰੂਪ। ਪਰਮ ਤਤ ਪਰਮਾਤਮਾ ਦਾ ਕੋਈ ਰੇਖ ਨਹੀਂ, ਕੋਈ ਰੂਪ ਨਹੀਂ ਹੈ। ਮਹੱਲਾ ਪਹਿਲਾ। ਸੋ ਗਿਰਈ ਜੋ ਨਿਗ੍ਰਹਿ ਕਰੇ। ਹੁਣ ਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਜਿਹੜੇ ਬਚਨ ਹਨ ਸਤਿਗੁਰੂ ਜੀਆਂ ਦੇ ਬਿਠਾਲ ਕੇ ਪਹਿਲਾਂ ਮਹਾਰਾਜ ਜੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਪਰਖ ਲਿਆ, ਇਹਨਾਂ ਦੀ ਲਿਵ ਕਿੱਥੋਂ ਤੱਕ ਜੁੜੀ ਹੈ, ਤੇ ਜਿਹੜੀ ਫਿਰ ਉਹਨਾਂ ਨੇ ਢੰਗ ਤਰੀਕਾ ਦੱਸ ਦਿੱਤਾ ਵੀ ਲਿਵ ਜੁੜੀ ਸੀ ਨਸ਼ੇ ਦੇ ਨਾਲ। ਮਹਾਰਾਜ ਜੀ ਹੁਣ ਫਿਰ ਸ਼ਬਦ ਉਚਾਰਦੇ ਹਨ। ਮਹਾਰਾਜ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਲੱਗੇ ਕਹਿਣ, ਭਾਈ ਉਹ ਗਿਰੀ ਹੀ ਹੈ ਜਿਹੜਾ ਜੀਵਨ ਦੇ ਅੰਦਰ ਘਰ ਦੇ ਅੰਦਰ ਰਹਿੰਦਾ ਹੋਇਆ ਵਿਕਾਰਾਂ ਤੋਂ ਦੂਰ ਰਵੇ। ਜਪ ਤਪ ਸੰਜਮ ਭੀਖਿਆ ਕਰੇ। ਸਾਹਿਬ ਦੇ ਜਪ ਤਪ ਨੂੰ ਜੀਵਨ ਦੇ ਅੰਦਰ ਭਿਖਿਆ ਭਾਵ ਮੰਗਣਾ ਕਰੇ। ਪੁੰਨ ਦਾਨ ਕਾ ਕਰੇ ਸਰੀਰ। ਔਰ ਆਪਣੇ ਜੀਵਨ ਨੂੰ ਆਪਣੇ ਸਰੀਰ ਨੂੰ ਵੀ ਪੁੰਨ ਦਾਨ ਵਾਲੇ ਪਾਸੇ ਲਾਉਣਾ ਕਰੇ। ਸੋ ਗਿਰਈ ਗੰਗਾ ਕਾ ਨੀਰ। ਭਾਈ ਉਹ ਜਿਹੜਾ ਗਿਰਹੀ ਹੈ, ਉਹ ਗ੍ਰਸਤੀ ਜਿਹੜਾ ਹੈ ਭਾਈ, ਉਹ ਨਿਰਮਲ ਗੰਗਾ ਦੇ ਨਿਰਮਲ ਜਲਵਤ ਹੈ। ਬੋਲੇ ਈਸ਼ਰ ਸਤ ਸਰੂਪ। ਜਿਹੜੇ ਇਹ ਪਾਵਨ ਪਵਿੱਤਰ ਸ਼ਬਦ ਹੈ ਸਤਿਗੁਰੂ ਜੀਆਂ ਨੇ ਸਾਧ ਸੰਗਤ ਜੀਓ ਇਹ ਈਸ਼ਰ ਜੋ ਨਾਥ ਸੀ ਮਹਾਰਾਜ ਜੀ ਉਹਨੂੰ ਮੁਖਾਤਬ ਹੋ ਕੇ ਕਹਿੰਦੇ ਭਾਈ ਈਸ਼ਰ ਨੂੰ ਤੁਸੀਂ ਧਿਆਨ ਨਾਲ ਬਾਤ ਸੁਣੋ। ਪਰਮ ਤੰਤ ਮੈਂ ਰੇਖ ਨਾ ਰੂਪ। ਕਿ ਉਸ ਪਰਮ ਤੰਤ ਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ। ਉਸ ਪਰਿਪੂਰਨ ਪਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ। ਮਹੱਲਾ ਪਹਿਲਾ। ਸੋ ਔਧੂਤੀ ਜੋ ਧੂਪੈ ਆਪ। ਇਹ ਭਾਈ ਹੁਣ ਮਹਾਰਾਜ ਜੀਆਂ ਨੇ ਪਹਿਲਾ ਬਚਨ ਗ੍ਰਹੀ ਵਾਸਤੇ ਕੀਤਾ, ਦੂਸਰਾ ਬਚਨ ਮਹਾਰਾਜ ਅਧੂਤ ਵਾਸਤੇ ਕਰਦੇ ਹਨ। ਮਹਾਰਾਜ ਕਹਿੰਦੇ ਭਾਈ ਕੌਣ ਹੈ ਅਧੂਤ? ਉਹਦੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵਿਆਖਿਆ ਇੱਥੇ ਕੀਤੀ, ਜੇ ਧੂਪ ਹੈ ਆਪ ਜਿਹੜਾ ਵਿਕਾਰਾਂ ਵਿੱਚ ਵੱਲੋਂ ਆਪਣੇ ਆਪ ਨੂੰ ਸਾੜ ਲੈਂਦਾ ਹੈ। ਭਿਖਿਆ ਭੋਜਨ ਕਰੇ ਸੰਤਾਪ। ਔਰ ਸੰਤਾਪ ਨੂੰ ਦੁੱਖ ਸਹਿਣ ਨੂੰ ਹੀ ਭਿਖਿਆ ਭੋਜਨ ਕਰੇ। ਔ ਹਠ ਪਟਣ ਮੈਂ ਭੀਖਿਆ ਕਰੇ। ਆਪਣੇ ਹਿਰਦੇ ਦੇ ਅੰਦਰ ਮੰਗਣਾ ਕਰੇ, ਸਾਹਿਬ ਦੇ ਘਰ ਤੋਂ ਮੰਗੇ। ਸੋ ਔਧੂਤੀ ਸਿਵਪੁਰ ਚੜੇ। ਉਹ ਅਧੂਤੀ ਸ਼ਿਵਪੁਰ ਉਸ ਸਾਹਿਬ ਦੇ ਘਰ ਦੇ ਅੰਦਰ ਉਹਨੂੰ ਟਿਕਾਣਾ ਮਿਲ ਜਾਂਦਾ ਹੈ। ਉਹਨਾਂ ਸਾਰਿਆਂ ਨੂੰ ਜਿਹੜੇ ਜਿਹੜੇ ਸੰਨਾ ਮਹਾਰਾਜੀਆਂ ਨੇ ਸਾਰਿਆਂ ਨੂੰ ਕੋਲ ਬਿਠਾ ਕੇ ਪਾਤਸ਼ਾਹ ਉਪਦੇਸ਼ ਕਰ ਰਹੇ ਨੇ। ਕਹਿੰਦੇ ਕਿਵੇਂ ਸਾਹਿਬ ਦੇ ਘਰ ਵਿੱਚ ਆਪਾਂ ਪ੍ਰਵਾਨ ਹੋਵਾਂਗੇ? ਠੂਠਾ ਹੱਥ ਵਿੱਚ ਪਕੜ ਕੇ ਮੰਗਣ ਦੇ ਨਾਲ ਸਾਹਿਬ ਦੇ ਘਰ ਪ੍ਰਵਾਨ ਨਹੀਂ ਜੇ ਹੋਇਆ ਜਾਣਾ। ਇਹਨਾਂ ਨਸ਼ਿਆਂ ਵਿੱਚ ਜੁੜ ਕੇ ਪ੍ਰਵਾਨ ਨਹੀਂ ਹੋਇਆ ਜਾਣਾ। ਸ਼ਿਵਪੁਰੀ ਕਿਵੇਂ ਚੜਨਾ ਹੈ ਮਹਾਰਾਜ ਉਹ ਤਰੀਕਾ ਦੱਸਦੇ ਹਨ। ਬੋਲੇ ਗੋਰਖ ਸਤ ਸਰੂਪ। ਇਹ ਜਿਹੜੇ ਸ਼ਬਦ ਨੇ ਸਾਧ ਸੰਗਤ ਜੀਓ ਮਹਾਰਾਜ ਜੀਆਂ ਨੇ ਗੋਰਖ ਨੂੰ ਸੰਬੋਧਨ ਹੋ ਕੇ ਮਹਾਰਾਜ ਕਹਿ ਰਹੇ ਹਨ। ਕਹਿੰਦੇ ਉਹ ਸਤ ਸਰੂਪ ਪਰਮ ਤੰਤ ਮੈਂ ਰੇਖ ਨਾ ਰੂਪ। ਉਸ ਪਰਮ ਤੰਤ ਦਾ ਨਾ ਕੋਈ ਰੂਪ ਹੈ ਨਾ ਕੋਈ ਰੇਖ ਨਾ ਕੋਈ ਰੰਗ ਹੈ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ। ਭਾਈ ਉਦਾਸੀ ਕਿਹੜਾ ਹੈ? ਜਿਹੜਾ ਜੀਵਨ ਦੇ ਅੰਦਰ ਉਦਾਸ ਪਾਲਦਾ ਹੈ। ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਇਸ ਸੰਸਾਰ ਦੇ ਵੱਲੋਂ ਉਦਾਸ ਰਹਿੰਦਾ ਹੈ। ਅਰਧ ਉਰਧ ਕਰੇ ਨਿਰੰਜਨ ਵਾਸ। ਔਰ ਹਰ ਵਕਤ ਪਰਿਪੂਰਨ ਪਰਮਾਤਮਾ ਜੀ ਦਾ ਵਾਸਾ ਜਿਹੜਾ ਸੰਸਾਰ ਅੰਦਰ ਜਾਣਦਾ ਹੈ। ਚੰਦ ਸੂਰਜ ਕੀ ਪਾਏ ਗੰਢ। ਔਰ ਉਸ ਪਰਿਪੂਰਨ ਪਰਮਾਤਮਾ ਜੀ ਦੇ ਨਿਰਮਲ ਗਿਆਨ ਸ਼ਾਂਤੀ ਨੂੰ ਜਿਹੜਾ ਹਰ ਵਕਤ ਹਿਰਦੇ ਅੰਦਰ ਰੱਖਦਾ ਹੈ। ਤਿਸ ਉਦਾਸੀ ਕਾ ਪੜੇ ਨਾ ਕੰਦ। ਭਾਈ ਉਹ ਉਦਾਸੀ ਦਾ ਜਿਹੜਾ ਜੀਵਨ ਭਾਵ ਉਹ ਢਲਦਾ ਨਹੀਂ, ਉਹਦਾ ਜੀਵਨ ਕਿਰਦਾ ਨਹੀਂ, ਉਹ ਪਰਮ ਤੱਤ ਵਿੱਚ ਸਵਰੂਪ ਵਿੱਚ ਕਾਇਮ ਰਹਿ ਜਾਂਦਾ ਹੈ। ਬੋਲੇ ਗੋਪੀ ਚੰਦ ਸਤ ਸਰੂਪ। ਜਿਹੜਾ ਇਹ ਪਾਵਨ ਪਵਿੱਤਰ ਸ਼ਲੋਕ ਹੈ ਉਦਾਸੀ ਨੂੰ ਮੁਖਾਤਬ ਹੋ ਕੇ ਮਹਾਰਾਜ ਜੀਆਂ ਨੇ ਇੱਥੇ ਗੋਪੀ ਚੰਦ ਕਿਆ ਬੋਲਿਆ? ਗੋਪੀ ਚੰਦ ਸਤ ਸਰੂਪ।
ਮਹਾਰਾਜ ਜੀ ਜਿਵੇਂ ਸਾਹਮਣੇ ਗੋਪੀ ਚੰਦ ਬੈਠਾ ਹੋਵੇ, ਮਹਾਰਾਜ ਉਹਨੂੰ ਮੁਖਾਤਬ ਹੁੰਦੇ ਹਨ। ਪਰਮ ਤੰਤ ਮੈਂ ਰੇਖ ਨਾ ਰੂਪ, ਔਰ ਪਰਮ ਤੰਤ ਦਾ ਕੋਈ ਵੀ ਸਵਰੂਪ, ਕੋਈ ਵੀ ਰੂਪ, ਕੋਈ ਵੀ ਉਹਦਾ ਲਕਸ਼ਣ ਨਹੀਂ ਵੀ ਪਰਮਾਤਮਾ ਦਾ ਲਕਸ਼ਣ ਇਹ ਹੈ। ਪਰਮਾਤਮਾ ਦਾ ਸਵਰੂਪ ਇਸ ਤਰ੍ਹਾਂ ਦਾ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹ ਸਾਰੇ ਇਹਨਾਂ ਤਿੰਨਾਂ ਗੁਣਾਂ ਤੋਂ ਉਹ ਭਿੰਨ ਹੈ। ਪਰਮ ਤੰਤ ਮੈਂ ਰੇਖ ਨਾ ਰੂਪ, ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ। ਹੁਣ ਇਹਨਾਂ ਵਿੱਚੋਂ ਜਿਹੜਾ ਵਾਮ ਮਾਰਗੀਆਂ ਦਾ ਪੰਥ ਹੈ, ਨਾਸਤਕ, ਮਹਾਰਾਜ ਹੁਣ ਉਹਨਾਂ ਨੂੰ ਦੱਸ ਰਹੇ ਹਨ। ਸੋ ਪਾਖੰਡੀ ਜੇ ਕਾਇਆ ਪਖਾਲੇ, ਜਿਹੜਾ ਆਪਣੀ ਕਾਇਆ ਨੂੰ ਪਖਾਲੇ ਭਾਵ ਚੰਗੀ ਤਰ੍ਹਾਂ ਨਿਰਮਲ ਸ਼ੁੱਧ ਕਰੇ। ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਔਰ ਜਿਹੜੀ ਕਾਇਆ ਦੀ ਅਗਨ ਹੈ, ਆਪਣੇ ਹਿਰਦੇ ਅੰਦਰ ਉਸ ਪਰਿਪੂਰਨ ਪਰਮਾਤਮਾ ਦੀ ਜੋਤੀ ਨੂੰ ਜਗਾਵੇ। ਸੁਪਨੇ ਬਿੰਦ ਨ ਦੇਈ ਚਰਣਾ। ਸੁਪਨੇ ਵਿੱਚ ਵੀ ਆਪਣੇ ਅੰਦਰ ਨੂੰ ਵਿਕਾਰਾਂ ਵੱਲ ਨਾ ਲੈ ਕੇ ਜਾਵੇ। ਤਿਸ ਪਾਖੰਡੀ ਜਰਾ ਨ ਮਰਣਾ। ਫਿਰ ਭਾਈ ਜਿਹੜਾ ਉਹ ਪਾਖੰਡੀ, ਜਿਹੜਾ ਉਹ ਵਾਮ ਮਾਰਗੀਆ ਹੈ, ਜਿਹੜਾ ਉਹ ਨਾਸਤਕ ਹੈ, ਜਰਾ ਨਾ ਮਰਨਾ ਭਾਵ ਉਹਦੇ ਉੱਪਰ ਇਉਂ ਕਹਿ ਲਈਏ ਜਾਏ ਵੀ ਉਹਦੇ ਉੱਪਰ ਮੌਤ ਦਾ ਕੋਈ ਪ੍ਰਭਾਵ ਨਹੀਂ। ਬੋਲੇ ਚਰਪਟ ਸਤ ਸਰੂਪ। ਇਹ ਸਾਧ ਸੰਗਤ ਜੀਓ ਮਹਾਰਾਜ ਜੀਆਂ ਨੇ ਚਰਪਟ ਨਾਥ ਨੂੰ, ਜਿਹੜਾ ਪਹਿਲਾਂ ਮਹਾਰਾਜ ਜੀਆਂ ਦੇ ਕੋਲ ਇਹ ਵੀ ਆਇਆ ਸੀ ਵਿਚਾਰ ਦੇ ਵਾਸਤੇ, ਮਹਾਰਾਜ ਜੀਆਂ ਨੇ ਇਹਨੂੰ ਵੀ ਤੋਰ ਦਿੱਤਾ ਸੀ। ਬੋਲਾ ਚਰਪਟ ਸਤ ਸਰੂਪ ਪਾਤਸ਼ਾਹ ਇਹਨੂੰ ਕਹਿੰਦੇ ਹਨ। ਪਰਮ ਤੰਤ ਮੈਂ ਰੇਖ ਨਾ ਰੂਪ। ਔਰ ਪਰਮ ਤੰਤ ਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਕੋਈ ਰੇਖ ਨਹੀਂ। ਮਹੱਲਾ ਪਹਿਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮ। ਇਹ ਭਾਈ ਜਿਹੜਾ ਹੁਣ ਮਹਾਰਾਜ ਜੀਆਂ ਨੇ ਬੈਰਾਗੀ ਦਾ, ਸਤਿਗੁਰੂ ਮਹਾਰਾਜ ਜੀ ਇੱਕ ਵਿਆਖਿਆ ਕਰ ਰਹੇ ਹਨ। ਭਾਈ ਬੈਰਾਗੀ ਕਿਹੜਾ ਹੈ, ਕਿਹਨੇ ਜੀਵਨ ਵਿੱਚ ਬੈਰਾਗ ਪਾਲਿਆ ਹੈ। ਗਗਨ ਮੰਡਲ ਮੈਂ ਰੂਪੇ ਥੰਮ। ਸੋ ਬੈਰਾਗੀ ਜੇ ਉਲਟਾ ਬ੍ਰਹਮ, ਜਿਹੜਾ ਆਪਣਾ ਧਿਆਨ ਪਰਿਪੂਰਨ ਪਰਮਾਤਮਾ ਵੱਲ ਦੁਬਾਰਾ ਫਿਰ ਪਰਤਾ ਲੈਂਦਾ ਹੈ। ਗਗਨ ਮੰਡਲ ਮੈਂ ਸਾਹਿਬ ਦੇ ਧਿਆਨ ਦੇ ਵਿੱਚ ਆਪਣਾ ਧਿਆਨ ਕੇਂਦਰਿਤ ਕਰ ਲੈਂਦਾ ਹੈ। ਐ ਨਿਸ ਅੰਤਰ ਰਹੇ ਧਿਆਨ। ਦਿਨ ਰਾਤ ਸਾਹਿਬ ਦੇ ਮੁਬਾਰਕ ਚਰਨ ਕਮਲਾਂ ਪਾਸ ਜੀ ਦਾ ਧਿਆਨ ਜੁੜਿਆ ਰਹੇ। ਤੇ ਬੈਰਾਗੀ ਸਭ ਸਮਾਨ। ਤੇ ਬੈਰਾਗੀ ਸਤ ਸਮਾਨ, ਉਹ ਉਹਦੇ ਵਰਗਾ ਹੀ ਹੋ ਜਾਂਦਾ ਹੈ। ਬੋਲੇ ਪਰਤਰ ਸਤ ਸਰੂਪ। ਮਹਾਰਾਜ ਇਹ ਜਿਵੇਂ ਸਾਹਮਣੇ ਬੈਠਾ ਹੋਵੇ ਭਰਥਰਨਾਥ, ਮਹਾਰਾਜ ਜੀ ਉਹਨੂੰ ਸਮਝਾ ਕੇ ਉਹਨੂੰ ਸਾਵੇਂ ਮੁਖਾਤਬ ਕਰ ਰਹੇ ਹਨ। ਪਰਮ ਤੰਤ ਮੈਂ ਰੇਖ ਨਾ ਰੂਪ। ਪਰਮ ਤੰਤ ਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਹੈ। ਦੋਹਰਾ। ਸੁਨ ਸਿੱਧਨ ਕੇ ਮਤਨ ਕੋ, ਸ਼੍ਰੀ ਗੁਰ ਸੂਰਜ ਗਿਆਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਿੱਧਾਂ ਦੇ ਮਤ ਨੂੰ ਪਹਿਲਾਂ ਸੁਣ ਕਰਕੇ ਭਨੇ ਬਚਨ ਤੈ ਪ੍ਰਤ ਤਬੇ, ਨਿਜ ਮਤ ਕਰੁਣਾ ਖਾਨ। ਔਰ ਕਿਰਪਾ ਦੀ ਖਾਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਪ੍ਰਤੀ ਜਿਹੜੇ ਆਪਣਾ ਨਿਰਮਲ ਉਪਦੇਸ਼ ਸੀ, ਮਹਾਰਾਜ ਜੀਆਂ ਨੇ ਉਹ ਬਖਸ਼ਿਆ। ਸ੍ਰੀ ਗੁਰੂ ਜੀ ਵਾਚ। ਮਹੱਲਾ ਪਹਿਲਾ। ਕਿਉ ਮਰੇ ਮੰਦਾ ਕਿਉ ਜੀਵੈ ਜੁਗਤ। ਇਹ ਭਾਈ ਅੰਦਰੋਂ ਵਕਾਰ, ਇਹ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਲੋਕ ਹੈ। ਸ਼ਲੋਕਾਂ ਦੀ ਸਾਰੀ ਇੱਕ ਲੜੀ ਹੈ ਜੋ ਆਪਾਂ ਹੁਣ ਸਰਵਣ ਕੀਤੇ ਹਨ। ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ। ਭਾਈ ਕਿਵੇਂ ਅੰਦਰੋਂ ਵਕਾਰ ਮਰਨ ਤਥਾ ਕਿਸ ਪ੍ਰਕਾਰ ਜੀਵਨ ਜੀਵਿਆ ਜਾਵੇ। ਕੰਨ ਪੜਾਏ ਕਿਆ ਖਾਜੇ ਭੁਗਤ। ਮਹਾਰਾਜ ਜੀ ਕਹਿਣ ਲੱਗੇ ਕੰਨ ਪੜਾਉਣ ਦੇ ਨਾਲ, ਭਿਖਿਆ ਮੰਗਣ ਦੇ ਨਾਲ ਗੱਲ ਨਹੀਂ ਜੇ ਬੰਨੀ। ਮਹਾਰਾਜ ਜੀ ਉਹਨਾਂ ਸਾਰਿਆਂ ਸਾਵੇਂ ਸਤਿਗੁਰੂ ਜੀ ਇਹ ਬਚਨ ਕਹਿ ਰਹੇ ਹਨ। ਕਹਿੰਦੇ ਨਿਰੇ ਕੰਨ ਪੜਾਉਣ ਦੇ ਨਾਲ, ਕੰਨਾਂ ਵਿੱਚ ਬਲੌਰੀ ਮੁੰਦਰਾ ਪਾਉਣ ਦੇ ਨਾਲ, ਜਾਂ ਖਿੰਥਾ ਆਪਣੇ ਗਲੇ ਵਿੱਚ ਪਾਉਣ ਦੇ ਨਾਲ, ਸਵਾਹ ਮਲਣ ਦੇ ਨਾਲ, ਮਹਾਰਾਜ ਕਹਿੰਦੇ ਏਦਾਂ ਗੱਲ ਨਹੀਂ ਬੰਨੀ।
ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ ਕੰਨ ਪੜਾਏ ਕਿਆ ਖਾਜੈ ਭੁਗਤ। ਭਿਖਿਆ ਮੰਗਣ ਦੇ ਨਾਲ ਖਾ ਖਾ ਕੇ ਇਸੇ ਬਿਦਕੀ ਸਮਾਂ ਬਸ਼ਰ ਹੋ ਜਾਏਗਾ। ਆਸਤ ਨਾਸਤ ਏਕੋ ਨਾਉ। ਔਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਹਰ ਵਕਤ ਜਦੋਂ ਸੰਸਾਰ ਹੈ ਉਹਦੀ ਹੋਂਦ ਤਥਾ ਅਣਹੋਂਦ ਵਿੱਚ ਉਹਦਾ ਇੱਕ ਨਾਮ। ਕੌਣ ਸੋ ਅੱਖਰ ਜਿਤ ਰਹੇ ਹਿਆਓ। ਕਿਹੜਾ ਐਸਾ ਅੱਖਰ ਹੈ ਜਿਹਦੇ ਅੰਦਰ ਹਿਰਦਾ ਜੁੜਿਆ ਰਹੇ। ਧੂਪ ਛਾਮ ਜੇ ਸਮ ਕਰ ਸਏ। ਔਰ ਜੇ ਧੁੱਪ ਤੇ ਛਾਂ ਦੁੱਖ ਤੇ ਸੁਖ ਨੂੰ ਇੱਕ ਬਰਾਬਰ ਜਾਣੇ। ਤਾਂ ਨਾਨਕ ਆਖੇ ਗੁਰ ਕੋ ਕਹੇ। ਤੇ ਭਾਈ ਉਹ ਗੁਰੂ ਦੇ ਕਹੇ ਹੋਏ ਅਨੁਸਾਰੀ ਹੋ ਕੇ ਚੱਲੇ। 6 ਵਰ ਤਾਰੇ ਵਰਤੇ ਪੂਤ। 6 ਭੇਖਾਂ ਦੇ ਅੰਦਰ ਜਿਹੜੇ ਜੋਗੀ ਇਸ ਵਿਧ ਹਨ। ਨਾ ਸੰਸਾਰੀ ਨਾ ਔਧੂਤ। ਨਾ ਉਹ ਸੰਸਾਰੀ ਹਨ ਤੇ ਨਾ ਹੀ ਉਹਨਾਂ ਨੇ ਜੋਗੀਆਂ ਵਾਲਾ ਮਤ ਗ੍ਰਹਿਣ ਕੀਤਾ ਹੈ। ਨਾ ਉਹ ਸੰਸਾਰੀ ਹਨ ਵੀ ਨਾ ਤਾਂ ਉਹਨਾਂ ਨੇ ਗ੍ਰਸਥ ਧਰਮ ਦੇ ਅੰਦਰ ਪਰਪੱਕਤਾ ਵਿਖਾਈ ਤੇ ਨਾ ਹੀ ਉਹਨਾਂ ਜੋਗੀਆਂ ਦੇ ਮਤ ਵਾਲੇ ਪਾਸਿਓ ਪੱਕੇ ਹੋਏ। ਨਾ ਸੰਸਾਰੀ ਨਾ ਅਧੂਤ। ਨਾ ਉਹ ਸੰਸਾਰੀ ਹਨ ਨਾ ਅਧੂਤ ਹਨ। ਨਿਰੰਕਾਰ ਜੋ ਰਹੇ ਸਮਾਏ। ਜਿਹੜਾ ਸਾਹਿਬ ਦੇ ਨਾਲ ਸੰਗ ਜੁੜਿਆ ਰਹੇ। ਕਾਏ ਭੀਖਿਆ ਮੰਗਣ ਜਾਏ। ਇਹ ਭਾਈ ਉਹਨੂੰ ਦੱਸੋ ਫਿਰ ਭਿਖਿਆ ਮੰਗ ਕੇ ਖਾਣ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਉਹ ਕਿਉਂ ਖਾਂਦਾ ਹੈ। ਦੋਹਰਾ ਸੁਨ ਕੈ ਸਿਧ ਤੂਸ਼ਨ ਪਾਏ। ਬੋਲੇ ਬੋਰ ਨਾ ਕੋਏ। ਇਸ ਬਿੱਧ ਪਾਤਸ਼ਾਹ ਜੀਆਂ ਦੇ ਸਾਵੇਂ ਜਦੋਂ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਪਾਵਨ ਪਵਿੱਤਰ ਮੁਬਾਰਕ ਬਚਨਾਂ ਨੂੰ ਗਾਇਨ ਕੀਤਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹਨਾਂ ਦੇ ਸਮਝ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਵਸ ਗਏ ਹਿਰਦੇ ਦੇ ਅੰਦਰ ਤੇ ਮਹਾਰਾਜ ਜੀਆਂ ਦੇ ਸਾਵੇਂ। ਫਿਰ ਉਹ ਨਾ ਬੋਲੇ। ਚਰਚਾ ਮੈਂ ਹਾਰਤ ਨਹੀਂ ਸਮਝਤ ਭੇ ਮਨ ਸੋਏ। ਉਹ ਮਨ ਦੇ ਅੰਦਰ ਸਮਝ ਗਏ ਵੀ ਆਪਾਂ ਇਹਨਾਂ ਨੂੰ ਵਿਚਾਰ ਚਰਚਾ ਵਿੱਚ ਤਾਂ ਹਰਾ ਨਹੀਂ ਸਕਦੇ। ਇਹ ਗੱਲ ਤਾਂ ਪੱਕੀ ਹੈ। ਕਈ ਵਿੱਚੋਂ ਸਮਝ ਗਏ ਵੀ ਵਿਚਾਰ ਚਰਚਾ ਨਾਲ ਇਹਨਾਂ ਨਹੀਂ ਹਾਰਨਾ। ਸੋਰਠਾ ਜੇ ਅਤਿ ਉੱਤਮ ਨਾਥ ਮਗਨ ਧਿਆਨ ਮੈਂ ਤਬ ਰਹੇ। ਜੇ ਉਸ ਪਰਿਪੂਰਨ ਪਰਮਾਤਮਾ ਜੀਆਂ ਦੇ ਸਾਥ ਉਸ ਉੱਤਮ ਧਿਆਨ ਦੇ ਅੰਦਰ ਜੀਵ ਜੁੜਿਆ ਰਹੇ। ਬੋਲੇ ਤਿਨ ਕੇ ਸਾਥ ਸ਼੍ਰੀ ਗੁਰ ਮੋਦ ਬੜਾਏ ਕੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਧਾਂ ਦੇ ਨਾਲ ਜਦੋਂ ਕੋਈ ਨਾ ਬੋਲਿਆ, ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ। ਕਬਿਤ ਆਸਨ ਕੋ ਲਾਏ ਬੈਸਿਓ ਆਸਨਾ ਰਿਦੇ ਕੇ ਵਿੱਚ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉੱਥੇ ਵਿਚਾਰ ਹੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠ ਗਏ ਔਰ ਮਹਾਰਾਜ ਜੀਆਂ ਦੇ ਨਾਲ ਸਾਧ ਸੰਗਤ ਜੀਓ ਉਸ ਵਕਤ ਇੱਕ ਸਿੱਧ ਮਹਾਰਾਜ ਜੀ ਨੂੰ ਲੱਗਾ ਕਹਿਣ, ਕਹਿੰਦੇ ਤੁਸੀਂ ਆਸਨ ਲਾ ਕੇ ਬੈਠੇ ਹੋ, ਹਿਰਦੇ ਵਿੱਚ ਆਸਾ ਨਹੀਂ। ਐਸੇ ਘੁੱਗੂ ਨਾਥ ਸੰਗ ਬੋਲੇ ਐ ਸੁਨਾਇ ਕੈ। ਐਸੇ ਘੁੱਗੂ ਨਾਥ ਦੇ ਨਾਲ ਮਹਾਰਾਜ ਬਚਨ ਕਰਦੇ ਹਨ। ਮੌਨ ਕੈਸੇ ਸਾਧੀ ਕੌਣ ਮਤ ਕੇ ਆਰਾਧੀ ਤੁਮ। ਤੁਸਾਂ ਮੌਨ ਕਿਉਂ ਸਾਧੀ ਹੋਈ ਹੈ, ਕਿਹੜੇ ਮਤ ਦੇ ਤੁਸੀਂ ਧਾਰਨੀ ਹੋ। ਉੱਤਰ ਨ ਕਹਿਓ ਸੁਨਿਓ ਮਨ ਤੇ ਉਠਾਇ ਕੈ। ਨਾ ਅਸੀਂ ਤੁਹਾਡੇ ਕੋਲੋਂ ਇਹ ਕੋਈ ਉੱਤਰ ਸੁਣਿਆ ਹੈ, ਸਾਨੂੰ ਇਹ ਤੁਸੀਂ ਦੱਸਣਾ ਕਰੋ। ਆਚੋ ਲਾਗੇ ਦਰਸ਼ਨ ਮਰਮ ਨ ਜਾਣਿਓ ਜਾਏ। ਤੁਹਾਡਾ ਭੇਦ ਨਹੀਂ ਆਉਂਦਾ ਪਰ ਦਰਸ਼ਨ ਤੁਹਾਡੇ ਬੜੇ ਮਨ ਨੂੰ ਭਾਉਂਦੇ ਹਨ। ਬੋਲੇ ਬਿਨ ਕੈਸੇ ਜਾਣੇ ਕਹੀਏ ਬੁਝਾਏ ਕੈ। ਬਿਨਾਂ ਬੋਲਿਆ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੱਕ ਤੁਸੀਂ ਨਹੀਂ ਕੋਈ ਬਚਨ ਕਰਦੇ ਸਾਨੂੰ ਪਤਾ ਨਹੀਂ ਲੱਗਣਾ। ਬੋਲਿਓ ਗੁਰ ਨਾਨਕ ਸੋ ਬਚਨ ਬਿਲਾਸਨੀ ਕੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਘੁੱਗੂ ਨਾਥ ਨੇ ਮਹਾਰਾਜ ਜੀਆਂ ਦੇ ਨਾਲ ਇਹ ਬਚਨ ਕੀਤੇ। ਜਾਣੇ ਅਵਤਾਰ ਰਿਦੇ ਬਹੁ ਹਰ ਖਾਏ ਕੈ। ਮਹਾਰਾਜ ਜੀਆਂ ਨੂੰ ਅਵਤਾਰ ਜਾਣ ਕੇ ਹਿਰਦੇ ਅੰਦਰ ਪ੍ਰਸੰਨ ਹੋ ਕੇ। ਕਬਿਤ ਤਤ ਜੁਤੀ ਕੋ ਨਾਮ ਨਾ ਤਉ ਜਗ। ਮਹਾਰਾਜ ਕਹਿੰਦੇ ਨਾ ਤਾਂ ਮੈਂ ਸਿੱਧਾ ਨਾਥ ਨਾਲ
ਨਾ ਕਿਸੇ ਪ੍ਰਕਾਰ ਕੋਈ ਜਤੀ ਹਾਂ। ਊਚੋ ਨੀਚੋ ਪਦ ਤਜ ਸਿੰਘੀ ਨਾ ਬਜਾਇਓ। ਨਾ ਕੋਈ ਮੇਰੇ ਕੋਲ ਉੱਚੀ ਪਦਵੀ ਹੈ, ਨਾ ਕੋਈ ਮੇਰੇ ਕੋਲ ਨੀਵੀਂ ਪਦਵੀ ਹੈ, ਨਾ ਹੀ ਮੈਂ ਕੋਈ ਕਿਸੇ ਪ੍ਰਕਾਰ ਜਿਵੇਂ ਤੁਸੀਂ ਸਿੰਘੀ ਵਜਾਉਂਦੇ ਹੋ, ਨਾ ਮੇਰੇ ਕੋਲ ਸਿੰਘੀ ਵਜਾਉਣ ਵਾਲਾ ਕੋਈ ਏਦਾਂ ਕੋਈ ਸਾਧਨ ਹੈ। ਡਿੰਬ ਨਾ ਦਿਖਾਵੋ ਨੇ ਮਾਨ ਕੋ ਵਧਾਵੋ। ਨਾ ਹੀ ਮੈਂ ਕੋਈ ਤੁਹਾਡੇ ਵਾਂਗ ਪਖੰਡ ਵਿਖਾਉਂਦਾ ਹਾਂ, ਨਾ ਹੀ ਤੁਹਾਡੇ ਵੱਤ ਕੋਈ ਮੈਂ ਹਿਰਦੇ ਅੰਦਰ ਅਹੰਕਾਰ ਧਾਰਦਾ ਹਾਂ। ਦੁੱਖ ਸੁੱਖ ਕੋ ਮਿਟਾਵੋ ਦ્વੈਤ ਮਨ ਤੇ ਭੁਲਾਇਓ। ਹਿਰਦੇ ਦੇ ਵਿੱਚੋਂ ਦ્વੈਤ ਭਾਵਨਾ ਦੂਰ ਕਰਕੇ ਦੁੱਖ ਸੁੱਖ ਮੈਂ ਇਸ ਵਿਧ ਦੂਰ ਕਰਦਾ ਹਾਂ। ਉਸਤਤ ਨਿੰਦਾ ਤਜ ਹੋਏ ਕੇ ਅਚਿੰਤ ਨਿਤ। ਔਰ ਹਿਰਦੇ ਵਿੱਚੋਂ ਉਸਤਤ ਤਥਾ ਨਿੰਦਿਆ ਨੂੰ ਦੂਰ ਕਰਕੇ ਇੱਕ ਰਸ ਸਾਹਿਬ ਦੇ ਵਿੱਚ ਜੁੜਦਾ ਹਾਂ। ਗੁਰੂ ਨਾ ਕਹਾ ਏ ਕਹਿ ਨਾ ਚੇਲਾ ਪਾਏ ਲਾਇਓ। ਨਾ ਮੈਂ ਕਿਸੇ ਨੂੰ ਭਾਵ ਇਸ ਵਿਦ ਕਿਸੇ ਤੋਂ ਗੁਰੂ ਕਹਾਇਆ ਹੈ, ਔਰ ਨਾ ਹੀ ਮੈਂ ਤੁਹਾਡੇ ਵਾਂਗ ਹੋਰਨਾਂ ਨੂੰ ਆਪਣੇ ਚੇਲੇ ਬਣਾਉਂਦਾ ਹਾਂ। ਏਕ ਓੰਕਾਰ ਖੇਲ ਸ਼ਿਵ ਸ਼ਕਤੀ ਨਾ ਮੇਲ ਕੋ। ਮੇਰਾ ਧਿਆਨ ਤਾਂ ਉਸ ਪਰਿਪੂਰਨ ਪਰਮਾਤਮਾ ਇੱਕ ਦੇ ਵਿੱਚ ਜੁੜਿਆ ਹੋਇਆ ਹੈ। ਬੋਲੋ ਬਿਸਾਰ ਕਰ ਕਛੂ ਨਾ ਅਲਾਇਓ। ਔਰ ਮੈਂ ਤਾਂ ਹੋਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੋਰ ਤਾਂ ਮੈਂ ਕੁਝ ਵੀ ਆਪਣੀ ਰਸਨਾ ਤੋਂ ਨਹੀਂ ਕਹਿੰਦਾ। ਕਛੂ ਨਾ ਅਲਾਏ ਹੋ। ਮਹਾਰਾਜ ਜੀਆਂ ਨੇ ਇਸ ਵਿਦ ਘੁੱਗੂ ਨਾਥ ਦਾ ਉੱਤਰ ਮਹਾਰਾਜ ਜੀਆਂ ਨੇ ਦਿੱਤਾ। ਜਦੋਂ ਉਹਨਾਂ ਪੁੱਛਿਆ ਵੀ ਸਾਨੂੰ ਤੁਸੀਂ ਦੱਸੋ ਮਤ ਕਿਹੜਾ ਹੈ, ਕਿਹੜੇ ਮਤ ਨੂੰ ਤੁਸੀਂ ਧਾਰਨ ਕੀਤਾ, ਮਹਾਰਾਜ ਕਹਿੰਦੇ ਭਾਈ ਮੈਂ ਤੁਹਾਡੇ ਵਾਂਗ ਇਸ ਵਿਦ ਸਾਰਾ ਕੁਝ ਨਹੀਂ ਕੀਤਾ, ਨਾ ਮੇਰੇ ਕੋਲ ਸਿੰਘੀ ਹੈ, ਨਾ ਮੈਂ ਇਸ ਵਿਦ ਕੋਈ ਤੁਹਾਡੇ ਵਾਂਗ ਚੇਲੇ ਬਣਾਏ ਹਨ, ਨਾ ਮੇਰੇ ਕੋਲ ਕੋਈ ਧਿਆਨ ਇਸ ਵਿਦ ਜਿਵੇਂ ਤੁਸੀਂ ਜੋੜਿਆ ਹੈ। ਮੈਂ ਤਾਂ ਇੱਕ ਧਿਆਨ ਉਸ ਸਾਹਿਬ ਦੇ ਘਰ ਵੱਲ ਹੈ। ਕਬਿਤ ਉੱਠੇ ਤਬ ਤਾਏ ਕਰ ਚਰਨ ਲਗਾਏ ਮਿਲੇ। ਘੁੱਗੂ ਨਾਥ ਔਰ ਇੱਕ ਹੋਰ ਸਤਿਗੁਰੂ ਮਹਾਰਾਜ ਜੀਆਂ ਨੂੰ ਦੋ ਸਿੱਧ ਮਹਾਰਾਜ ਜੀਆਂ ਦੇ ਚਰਨੀ ਜੁੜੇ। ਰਿਦੇ ਹਰ ਖਾਏ ਦੋ ਬੋ ਸੁਖ ਪਾਏ ਕੈ। ਪਾਤਸ਼ਾਹ ਦੇ ਮੁਖੋਂ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ। ਵੈਸੇ ਪੁੰਨ ਨਾਨਕ ਜੀ ਨਾਗਰ ਉਜਾਗਰ ਜੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਏ ਹਨ, ਜਿਹੜੇ ਸਾਰੇ ਜਗਤ ਦੇ ਅੰਦਰ ਉਜਾਗਰ ਕਹੀਏ, ਜਿਨ੍ਹਾਂ ਦੀ ਸ਼ੋਭਾ ਸਾਰੇ ਜੱਗ ਵਿੱਚ ਪਸਰੀ ਹੋਈ ਹੈ। ਬੋਲੇ ਚੰਬਾਨਾਥ ਸੰਗ ਮੁਖ ਮੁਸਕਾਏ ਕੈ। ਪਾਤਸ਼ਾਹ ਜੀਆਂ ਦੇ ਨਾਲ ਚੰਬਾਨਾਥ ਸਿੱਧ ਇਹ ਮੁਖੋਂ ਮੁਸਕਰਾ ਕੇ ਲੱਗਾ ਕਹਿਣ, ਕੌਣ ਗ੍ਰਹਿ ਰਹੋ ਕੌਣ ਮਤਾ ਤੁਮ ਕਹੋ। ਕਿਹੜੇ ਗ੍ਰਹਿ ਤੁਸੀਂ ਰਹਿੰਦੇ ਹੋ, ਕਿਹੜਾ ਤੁਹਾਡਾ ਮਤ ਹੈ। ਨਿਜ ਤੂਸ਼ਨ ਮਿਟਾਏ ਭੇਦ ਦੀਜੀਏ ਜਨਾਇ ਕੈ। ਔਰ ਭਾਵ ਆਪਣੀ ਚੁੱਪੀ ਮਿਟਾ ਕਰਕੇ ਸਾਨੂੰ ਇਹ ਸਾਰਾ ਭੇਦ ਦਿਓ। ਸਿੱਧ ਸਭ ਬੋਲੇ ਆਪ ਰਹੇ ਅਨ ਬੋਲੇ। ਸਾਰੇ ਸਿੱਧ ਬੋਲੇ ਹਨ, ਤੁਸੀਂ ਅਨਬੋਲੇ ਰਹੇ ਹੋ। ਮਨ ਮਰਮ ਨਾ ਜਾਣਿਓ ਜਾਏ ਪਾਖੇ ਉਹ ਸੁਨਾਏ ਕੈ। ਕੋਈ ਇਹਦਾ ਭੇਦ ਨਹੀਂ ਜਾਣਿਆ ਜਾਂਦਾ, ਤੁਸੀਂ ਆਪਣੀ ਰਸਨਾ ਤੋਂ ਇਸ ਵਿਦ ਕੋਈ ਨਾ ਕੋਈ ਭੇਦਤਾ ਸਾਨੂੰ ਦਿਓ। ਕਬਿਤ ਬੋਲੇ ਬੋਲ ਹਾਰ ਕੋ ਤੋਲੇ ਤੋਲ ਹਾਰ ਜੋ। ਮਹਾਰਾਜ ਜੀਆਂ ਦੇ ਬੋਲ ਉਹ ਬੋਲਣ ਵਾਲਾ ਵੀ ਉਹ ਪਰਿਪੂਰਨ ਪਰਮਾਤਮਾ, ਉਹ ਤੋਲਣ ਵਾਲਾ ਵੀ ਪਰਿਪੂਰਨ ਪਰਮਾਤਮਾ। ਉਹ ਸਾਰਿਆਂ ਅੰਦਰ ਬੋਲਣ ਵਾਲਾ ਵੀ ਉਹ ਪਰਮਾਤਮਾ ਹੈ, ਤੋਲਣ ਵਾਲਾ ਵੀ ਉਹ ਹੈ। ਖੇਲੇ ਖੇਲ ਹਾਰ ਨਹੀਂ ਹਮੇ ਕੁਛ ਕਾਜ ਹੈ। ਔਰ ਸਾਰਿਆਂ ਦੇ ਹਿਰਦਿਆਂ ਅੰਦਰ ਖੇਲਣ ਵਾਲਾ ਵੀ ਉਹ ਸਾਹਿਬ ਹੈ। ਗਾਵੇ ਗਾਨ ਹਾਰ ਅਟਕਾਵੇ ਅਟਕਾਨ ਹਾਰ। ਔਰ ਗਾਉਣ ਵਾਲਾ ਵੀ ਉਹ ਆਪ, ਅਟਕਾਉਣ ਵਾਲਾ ਵੀ ਉਹ ਆਪ। ਜਾਵੇ ਜਾਨ ਹਾਰ ਪੁਨ ਪਾਜ ਹਾਰ ਪਾਜੈ। ਤੇ ਜਾਣਨ ਹਾਰਾ ਵੀ ਉਹ ਹੈ ਤੇ ਭੱਜਣ ਹਾਰਾ ਵੀ ਉਹ ਹੈ। ਰਾਵਣ ਨਾ ਰਾਮ ਦੇਵ ਦਾਨਵ ਨਾ ਨਾਮ ਕਿਉ। ਸੰਸਾਰ ਦੇ ਅੰਦਰ ਇਹਨਾਂ ਵਿੱਚੋਂ ਨਾ ਰਾਮ ਰਿਹਾ ਨਾ ਰਾਵਣ ਰਿਹਾ। ਏਕ ਹੀ ਕੋ ਖੇਲ ਸਭ ਏਕ ਹੀ ਬਿਰਾਜੈ। ਸਾਰੇ ਪਾਸੇ ਭਾਈ ਉਹ ਇੱਕ ਦਾ ਹੀ ਪਸਾਰਾ ਹੈ, ਏਕ ਹੀ ਕੋ ਖੇਲ ਸਭ। ਸਾਰੇ ਪਾਸੇ ਇੱਕ ਦੀ ਹੀ ਖੇਡ ਤਥਾ ਇੱਕ ਹੀ ਬਰਾਜ ਰਿਹਾ ਹੈ। ਦੀਸੇ ਜੋ ਪਸਾਰਾ ਸਭ ਏਕ ਨੇ ਵਿਚਾਰਾ। ਔਰ ਜਿਹੜਾ ਜਿਤਨਾ ਇਹ ਪਸਾਰਾ ਆਪਾਂ ਵੇਖ ਰਹੇ ਹਾਂ, ਇੱਕ ਨੇ ਹੀ ਖਿਲਾਰਿਆ ਹੋਇਆ ਹੈ। ਹਮ ਹਿਰਦਿਓਂ ਵਿਚਾਰਾ ਜਾਂਤੇ ਪਾਇਓ ਸੁਖ ਰਾਜੈ। ਅਸੀਂ ਆਪਣੇ ਹਿਰਦੇ ਤੋਂ ਇਹ ਵਿਚਾਰਿਆ ਹੈ ਤਥਾ ਅਸਾਂ ਇਹ ਵੱਡਾ ਸੁਖ ਪਾਇਆ ਹੈ। ਕਬਿਤ
ਮਿਲੇ ਹਰ ਖਾਏ ਸੁਖ ਪਾਏ ਸੀਸ ਨਾਏ ਕਰ। ਸਤਿਗੁਰੂ ਜੀਆਂ ਦੇ ਚਰਨੀ ਆਣ ਕੇ ਸਿੱਧਾ ਨੇ ਸੀਸ ਜੋੜਿਆ। ਭ੍ਰਮ ਕੋ ਮਿਟਾਏ ਇਤੇ ਪਏ ਅਹਲਾਦ ਸੋ। ਸਤਿਗੁਰੂ ਮਹਾਰਾਜ ਜੀਓ ਨੇ ਤਿਨਾਂ ਦੇ ਭਰਮ ਨੂੰ ਦੂਰ ਕੀਤਾ ਤਥਾ ਉਹਨਾਂ ਸਿੱਧਾ ਨੇ ਮਨ ਦੇ ਅੰਦਰ ਵੱਡਾ ਸੁਖ ਅਹਲਾਦ ਸੁਖ ਪਾਇਆ। ਗੋਪੀ ਚੰਦ ਘੁੱਗੂਨਾਥ ਚੰਬਾਨਾਥ ਮੰਗਲ ਤੇ। ਇਹਨਾਂ ਵਿੱਚੋਂ ਗੋਪੀਨਾਥ, ਘੁੱਗੂਨਾਥ, ਚੰਬਾਨਾਥ ਆਦ ਰਿਦੇ ਮੈਂ ਆਨੰਦ ਪਾਏ ਪਰਥਰੀ ਆਦ ਸੋ। ਇਹ ਤਾਂ ਭਰਤਰੀ ਵੀ ਇਹ ਧਾਰੀ ਦੇ ਅੰਦਰ ਆਨੰਦਿਤ ਹੋਏ। ਹੱਥ ਬੰਦ ਕਾਏ ਤੁਮ ਈਸ਼ਰ ਮੁਕੰਦ ਹੋ ਜੀ। ਹੱਥ ਜੋੜ ਕੇ ਲੱਗੇ ਕਹਿਣ ਸ਼ਹਿਨਸ਼ਾਹ ਤੁਸੀਂ ਉਹ ਪਰਿਪੂਰਨ ਪਰਮਾਤਮਾ ਦਾ ਸਵਰੂਪ ਹੋ। ਤਾਰਾ ਹੈ ਨਿਰੰਜਨ ਸਰੂਪ ਪਰਮਾਦ ਸੋ। ਔਰ ਆਪ ਜੀਆਂ ਨੇ ਇਹ ਨਿਰੰਜਨ ਪਰਮਾਤਮਾ ਦਾ ਸਵਰੂਪ ਧਾਰਿਆ ਹੈ। ਕੀਨੋ ਐ ਨਿਹਾਲ ਹਮੇ ਦੀਨੋ ਐ ਦੀਦਾਰਿਆਨ। ਪਾਤਸ਼ਾਹ ਤੁਸਾਂ ਨੇ ਸਾਨੂੰ ਨਿਹਾਲ ਕੀਤਾ ਹੈ। ਇੱਥੇ ਆਣ ਕੇ ਸਾਹਿਬ ਜੀ ਤੁਸਾਂ ਸਾਨੂੰ ਦੀਦਾਰ ਦਰਸ਼ਨ ਦਿੱਤੇ ਹਨ। ਪਾਈ ਬਿਨ ਸੰਸੇਗਤ ਤੁਮਰੇ ਪ੍ਰਸਾਦ ਸੋ। ਔਰ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਰਹਿਮਤ ਦੇ ਨਾਲ ਅਸਾਂ ਨੇ ਇਹ ਉੱਚ ਪਦਵੀ ਪਾ ਲਈ ਹੈ। ਕਬਿਤ ਕੇਤੇ ਹਰ ਖਤ ਪਾਏ ਕੇਤੇ ਹੀ ਸਮਾਨ ਰਹੇ। ਔਰ ਕਈ ਤਾਂ ਸਾਧ ਸੰਗਤ ਜੀਓ ਇੱਥੇ ਭਾਈ ਜੀ ਲਿਖਦੇ ਕਹਿੰਦੇ ਕਈ ਤਾਂ ਪ੍ਰਸੰਨ ਹੋਏ ਔਰ ਕਈ ਇੱਕ ਸਮਾਨ ਉਸੇ ਤਰ੍ਹਾਂ ਬੈਠੇ ਰਹੇ। ਕਿਉ ਰਿਸ ਖਾਏ ਬੈਨ ਕ੍ਰੋਧ ਸੋ ਉਚਾਰੀਆ। ਹੁਣ ਕੋਈ ਇੱਕ ਦੋ ਸਿੱਧ ਤਾਂ ਉੱਥੇ ਹੈ ਨਹੀਂ ਸਨ। ਲਗਭਗ ਇਹਨਾਂ ਦੀ ਜਿਹੜੀ ਗਿਣਤੀ 84 ਦੇ ਕਰੀਬ ਕਰੀਬ ਉੱਥੇ ਕੀਤੀ ਹੈ। ਬਹੁਤਾਤ ਵਿੱਚ ਵੱਡੀ ਗਿਣਤੀ ਵਿੱਚ ਉੱਥੇ ਬੈਠੇ ਸਨ। ਕਈ ਉੱਥੇ ਬੈਠੇ ਰਹੇ, ਕਈਆਂ ਨੇ ਹਿਰਦੇ ਅੰਦਰ ਕ੍ਰੋਧ ਵੀ ਧਾਰਨ ਕੀਤਾ, ਕਈ ਚੁੱਪ ਕਰਕੇ ਬੈਠੇ ਰਹੇ, ਕਈਆਂ ਦੇ ਹਿਰਦੇ ਅੰਦਰ ਬੜੀ ਮਤਸਰ ਈਰਖਾ ਦੀ ਅਗਨ ਜਲੀ। ਦੇਖੇ ਤੇਰੀ ਕੱਲਾ ਤੂੰ ਤੇ ਬੋਲਤ ਹੈ ਬੋਲੇ ਉੱਚੇ। ਕਈ ਵਿੱਚੋਂ ਲੱਗੇ ਕਹਿਣ ਕੋਈ ਨੇ ਵੇਖਦੇ ਹਾਂ ਅਸੀਂ ਤੁਹਾਡੀ ਕਲਾ ਨੂੰ। ਐਸੇ ਕਾਹੇ ਕਲਾ ਆਪੇ ਆਪਣੀ ਦਿਖਾਰੀਆ। ਹੁਣ ਬੈਠੇ ਬੈਠੇ ਜਿਹੜੀਆਂ ਇਹਨਾਂ ਨੇ ਇੰਨੇ ਸਾਲਾਂ ਦੇ ਅੰਦਰ ਰਿੱਧੀਆਂ ਸਿੱਧੀਆਂ ਕਮਾਈਆਂ ਹੋਈਆਂ ਸਨ ਸ਼ਕਤੀਆਂ ਕਰਾਮਾਤਾਂ ਲੱਗੇ ਵਿਖਾਉਣ। ਗੋਪੀ ਚੰਦ ਕਾਏ ਸੁਨੋ ਮੰਗਲ ਮਹਾਨ ਜੋਗੀ। ਗੋਪੀ ਚੰਦ ਜਿਹੜੇ ਮਹਾਰਾਜੀਆਂ ਦੇ ਚਰਨਾਂ ਦੇ ਭੌਰੇ ਬਣ ਕੇ ਗੋਪੀ ਚੰਦ ਮਹਾਰਾਜ ਮੰਗਲਨਾਥ ਨੂੰ ਕਹਿਣ ਲੱਗੇ ਹੇ ਮਹਾਨ ਜੋਗੀ ਮੰਗਲਨਾਥ ਜੀ ਵੇਖੋ ਕਰ ਕੀ ਰਹੇ ਨੇ। ਆਹ ਵੇਖੋ ਤੇ ਸਹੀ, ਕਿਉਂਕਿ ਸਾਰੇ ਤਾਂ ਨਹੀਂ ਮਹਾਰਾਜੀਆਂ ਦੇ ਚਰਨੀ ਜੁੜੇ ਉੱਥੇ। ਕਈ ਵਿੱਚੋਂ ਜੁੜ ਗਏ। ਗੋਪੀ ਚੰਦ ਮੰਗਲਨਾਥ ਨੂੰ ਕਹਿਣ ਲੱਗਾ ਵੇਖੋ ਜੀ ਇਹ ਕੀ ਕਰ ਰਹੇ ਹਨ। ਕਰੇ ਬਾਦ ਮੰਦ ਮਤ ਭੇਦ ਨਾ ਵਿਚਾਰੀਆ। ਪਾਤਸ਼ਾਹ ਜੀਆਂ ਦੇ ਨਾਲ ਇਹ ਪਖਵਾਦ ਇਸ ਵਿਦ ਕਰ ਰਹੇ ਹਨ। ਇਹਨਾਂ ਪਾਤਸ਼ਾਹ ਜੀਆਂ ਦੇ ਮਰਮ ਨੂੰ ਭੇਦ ਨੂੰ ਨਹੀਂ ਜਾਣਿਆ। ਬਚਨ ਵਿਚਾਰ ਕੇ ਉਚਾਰਤ ਨਾ ਸੁਨੇ ਸ਼੍ਰੋਣ। ਸਤਿਗੁਰੂ ਮਹਾਰਾਜ ਜੀਆਂ ਦੇ ਮੁਬਾਰਕ ਬਚਨਾਂ ਨੂੰ ਕੰਨਾਂ ਦੁਆਰਾ ਨਹੀਂ ਸੁਣਿਆ। ਬਾਜੀਗਰ ਰੀਤ ਜੀਵ ਹੀ ਤੇ ਉਰ ਧਾਰੀਆ। ਔਰ ਇਹਨਾਂ ਨੇ ਤਾਂ ਬਸ ਜਿਵੇਂ ਬਾਜ਼ੀਗਰ ਦੀ ਰੀਤ ਹੈ ਨਾ, ਬਾਜ਼ੀਗਰ ਦੀ ਰੀਤ ਬਸ ਆ ਖੇਡਾਂ ਖੇਡਣ ਦੀ। ਇਹਨਾਂ ਕੋਲ ਤਾਂ ਉਹ ਨੇ ਬਸ ਜਿਵੇਂ ਬਾਜ਼ੀਗਰ ਦੀਆਂ ਖੇਡਾਂ ਨੇ ਨਾ, ਕੋਈ ਪ੍ਰਗਟ ਕਰ ਲੈਣਾ, ਕੋਈ ਛੁਪਾ ਲੈਣਾ। ਕਹਿੰਦੇ ਜੀ ਇਹਨਾਂ ਕੋਲ ਤਾਂ ਬਸ ਇਸੇ ਤਰ੍ਹਾਂ ਦੀਆਂ ਹੀ ਖੇਡਾਂ ਬਾਕੀ ਰਹਿ ਗਈਆਂ ਹਨ। ਸੋਰਠਾ ਬੋਲਿਓ ਮੰਗਲਨਾਥ ਜੋ ਕੁਛ ਕਰਤ ਹੈ ਕਰਨ ਦਿਓ। ਮੰਗਲਨਾਥ ਸਿਆਣਾ ਸੀ, ਕਹਿੰਦੇ ਇਹਨਾਂ ਨੇ ਬਿਨਾਂ ਅਗਾਂ ਕੁਛ ਵੇਖਿਆ ਮੁੜਨਾ ਨਹੀਂ। ਮੰਗਲਨਾਥ ਲੱਗਾ ਗੋਪੀ ਚੰਦ ਨੂੰ ਕਹਿਣ, ਕਹਿੰਦੇ ਜੀ ਕੋਈ ਨਾ ਕਰ ਲੈਣ ਦਿਓ, ਜੋ ਇਹਨਾਂ ਦੇ ਚਿੱਤ ਵਿੱਚ ਹੈ ਇਹਨਾਂ ਨੂੰ ਵੀ ਕਰ ਲੈਣ ਦਿਓ। ਸਭ ਤੇ ਵੱਡ ਜਗਨਾਥ ਕਰੇ ਮਾਨ ਕੋ ਹਾਨ ਮਨ। ਸਾਰਿਆਂ ਤੋਂ ਵੱਡੇ ਹਨ ਧੰਨ ਗੁਰੂ ਨਾਨਕ ਦੇਵ ਮਹਾਰਾਜ। ਇਹਨਾਂ ਦੇ ਹਿਰਦੇ ਦਾ ਅਹੰਕਾਰ ਦੂਰ ਕਰ ਦੇਣਗੇ। ਗੋਪੀ ਚੰਦ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਚਿੰਤਾ ਨਾ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦੇ ਹਿਰਦੇ ਦਾ ਮਾਣ, ਇਹਨਾਂ ਦੇ ਹਿਰਦੇ ਦਾ ਅਹੰਕਾਰ ਦੂਰ ਕਰ ਦੇਣਗੇ। ਕਬਿਤ ਇਨ ਤੇ ਨਾ ਲਗੂ ਸੋ ਹਾਰ ਕਿਤ ਬਿਦ ਨਹੀਂ। ਪਾਤਸ਼ਾਹ ਇਹਨਾਂ ਤੋਂ ਛੋਟੇ ਥੋੜਾ ਹਨ ਜੋ ਹਾਰ ਜਾਣਗੇ। ਲੱਜਤ ਹੋਏ ਹਟੇ ਸਭ ਮਾਨ ਤੇ ਬਿਸ਼ੇਖੀਏ। ਲੱਜਤ ਹੋਏ ਕਿ ਸ਼ਰਮਸ਼ਾਰ ਹੋਏ ਕਿ ਹਟ ਜਾਣਗੇ। ਬਲ ਕੋ ਲਗਾਏ ਬਾਨ ਪਾਨ ਚਲਾਏ ਜੈਸੇ। ਬੜੇ ਇਹਨਾਂ ਬਲ ਦੇ ਨਾਲ ਜਿਵੇਂ
ਬੜੇ ਬਲ ਦੇ ਨਾਲ ਜਿਵੇਂ ਕੋਈ ਤੀਰ ਚਲਾਉਂਦਾ ਹੋਵੇ। ਤੈਸੇ ਗੋਪੀ ਚੰਦ ਤੁਮ ਕੋਤਕ ਕੋ ਦੇਖੀਏ। ਔਰ ਲੱਗੇ ਕਹਿਣ, ਕਹਿੰਦੇ ਇਸ ਵਿਦ ਉਹਨਾਂ ਨੇ ਕੌਤਕ ਕਰਨੇ ਸ਼ੁਰੂ ਕਰ ਦਿੱਤੇ। ਭੰਗਰ ਸੁਰਤ ਸਿੱਧ ਚੰਗਰ ਨਿਰਤ ਸਿੱਧ। ਔਰ ਜਿਹੜੇ ਜਿਹੜੇ ਇਹ ਭੰਗਰਨਾਥ ਤਥਾ ਜਿਹੜੇ ਇਹ ਸਿੱਧ ਸਨ, ਲੰਗਰ ਕਨਕ ਸ਼ੰਭੂਨਾਥ ਕੇਤੇ ਲੇਖੀਏ। ਭੰਗਰਨਾਥ, ਸੁਰਤ ਸਿੱਧ, ਝੰਗਰਨਾਥ, ਲੰਗਰਨਾਥ, ਕਨਕ ਤਥਾ ਸ਼ੰਭੂਨਾਥ, ਰਿਦੇ ਰਿਸ ਖਾਈ ਮੇਰ ਗਾਨੀ ਜੇ ਉਡਾਈ ਸਭ। ਉਹਨਾਂ ਦੇ ਵਿੱਚੋਂ ਨਾ ਇੱਕ ਨੇ ਉਸ ਥਾਏ ਜਿਹਦੇ ਉੱਪਰ ਇਹ ਬੈਠਦੇ ਸਨ, ਮਿਰਗ ਦੀ ਖਲ ਦੇ ਉੱਪਰ, ਉਹਨਾਂ ਨੇ ਮਿਰਗਾਈ ਇਹਨਾਂ ਨੇ ਉਡਾ ਦਿੱਤੀ। ਕਾਹੂ ਨੇ ਬੇਰਾਗਣ ਚਲਾਈ ਨਭ ਪੇਖੀਏ। ਕਿਸੇ ਨੇ ਬੈਰਾਗਣ ਆਕਾਸ਼ ਦੇ ਅੰਦਰ ਉਡਾ ਦਿੱਤੀ। ਕਬਿਤ ਸਿੰਘੀ ਕੋ ਬਜਾਏ ਹੱਥ ਤਿਆਗ ਕੇ ਪਰਮਾਏ ਡੰਡਾ। ਇਹਨਾਂ ਨੇ ਹੁਣ ਕਿਸੇ ਨੇ ਸਿੰਗੀ ਵਜਾ ਦਿੱਤੀ ਬਿਨਾਂ ਹੱਥਾਂ ਤੋਂ, ਔਰ ਹੱਥਾਂ ਤੋਂ ਬਿਨਾਂ ਹੀ ਜਿਹੜਾ ਇਹਨਾਂ ਦੇ ਕੋਲ ਡੰਡਾ ਸੀ ਉਹਨਾਂ ਨੇ ਉਹ ਪਟਕਾ ਦਿੱਤਾ। ਸੋਜ ਸਾਬੇ ਆਪਣੀ ਆਕਾਸ਼ ਮੈਂ ਉਡਾਈਆ। ਔਰ ਜਿੰਨੀ ਵੀ ਕੋਈ ਕੋਲ ਸਮੱਗਰੀ ਸੀ ਆਕਾਸ਼ ਵਿੱਚ ਇਹਨਾਂ ਨੇ ਉਡਾਉਣੀ ਸ਼ੁਰੂ ਕਰ ਦਿੱਤੀ। ਹੁਣ ਪਾਤਸ਼ਾਹ ਦੇ ਕਿਉਂਕਿ ਵਿਚਾਰ ਚਰਚਾ ਵਿੱਚ ਤਾਂ ਹਾਰ ਗਏ ਸਨ ਮਹਾਰਾਜ ਜੀ ਤੋਂ। ਹੁਣ ਇਹ ਆਪੋ ਆਪਣੀ ਜਿਹੜੀ ਕੋਲ ਇਹਨਾਂ ਦੇ ਕੋਲ ਕੋਈ ਕਲਾ ਸੀ ਉਹ ਲੱਗੇ ਵਿਖਾਉਣ। ਮੁੰਦਾ ਪੁੰਨ ਫਰਵਾ ਜੇ ਸ਼ੂਕਤੀ ਫੇਰਤ ਕੀਤੀ। ਔਰ ਉਸ ਥਾਂ ਤੇ ਮੁੰਦਰਾ ਤਥਾ ਠੂਠਾ ਕੋਈ ਹਵਾ ਦੇ ਵਿੱਚ ਇਧਰੋਂ ਉੱਡ ਰਿਹਾ, ਕੋਈ ਉਧਰੋਂ ਉੱਡ ਰਿਹਾ ਹੈ। ਜੇਤੋ ਜੋਰ ਤੇ ਤੋ ਤਾਂ ਸਭ ਲਾਈਆ। ਜਿੰਨਾ ਜਿੰਨਾ ਕਿਸੇ ਦਾ ਜ਼ੋਰ ਸੀ ਸਾਰਿਆਂ ਨੇ ਸਾਧ ਸੰਗਤ ਜਿਉ ਲਾਇਆ ਹੈ। ਰਿਦੇ ਗਰ ਬਾਏ ਨਿਜ ਸ਼ਕਤ ਲਗਾਏ ਸਿੱਧ। ਹਿਰਦੇ ਅੰਦਰ ਅਹੰਕਾਰੀ ਹੋ ਕੇ ਬੜੀ ਸ਼ਕਤੀ ਲਾ ਕੇ ਪੰਖੀ ਜੋ ਫੇਰ ਤੇ ਅਸਮਾਨ ਰੇ ਉਛਾਈਆ। ਜਿਸ ਪ੍ਰਕਾਰ ਆਕਾਸ਼ ਦੇ ਅੰਦਰ ਨਭ ਦੇ ਅੰਦਰ ਪੰਛੀ ਉੱਡਦੇ ਹਨ, ਏਦਾਂ ਇਹਨਾਂ ਨੇ ਸਾਰੀ ਸੌਜ ਸਮਗਰੀ ਉਡਾ ਦਿੱਤੀ। ਕਿਸੇ ਠੂਠਾ ਉਡਾ ਦਿੱਤਾ, ਕਿਸੇ ਨੇ ਮੁੰਦਰਾ ਉਡਾ ਦਿੱਤੀ, ਕਿਸੇ ਨੇ ਕੋਲ ਕੁਛ ਸੀ ਉਹ ਉਡਾ ਦਿੱਤਾ। ਇਸ ਵੇਦ ਉੱਡਣ ਲੱਗੇ। ਨਾਨਕ ਜੀ ਤੂਸ਼ਨ ਕੋ ਤਾਰ ਕਰ ਬੈਸ ਰਹੇ। ਦੀਨ ਦਿਆਲ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੇ ਭਰਮਾਇਆ ਭਰਮਣ ਵਾਲੇ ਨੇ। ਮਹਾਰਾਜ ਇੱਕ ਰਸ ਸ਼ਾਂਤੀ ਨਾਲ ਉੱਥੇ ਬੈਠੇ ਰਹੇ। ਦੇਖਤ ਤਮਾਸ਼ੋ ਪੈ ਨਵਾਕ ਕੋ ਅਲਾਈਆ। ਪਾਤਸ਼ਾਹ ਜੀ ਇੱਕ ਰਸ ਉੱਥੇ ਬੈਠੇ ਰਹੇ। ਕੋਈ ਵੀ ਬਚਨ ਦੀਨ ਦਿਆਲ ਪਾਤਸ਼ਾਹ ਜੀਆਂ ਨੇ ਰਸਨਾ ਤੋਂ ਨਾ ਕੀਤਾ। ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਉਡਾ ਲੈਣ ਦਿਓ, ਪਹਿਲਾਂ ਵੇਖ ਲੈਣ ਦਿਓ ਇਹਨਾਂ ਦੀਆਂ ਸ਼ਕਤੀਆਂ। ਮਹਾਰਾਜ ਜੀਆਂ ਨੂੰ ਇਸ ਵਿਧ ਹੁਣ ਆਪੋ ਆਪਣੀਆਂ ਕਲਾਂ ਦੇ ਨਾਲ ਮਹਾਰਾਜ ਜੀਆਂ ਨੂੰ ਕੋਲ ਭਰਮਾਉਣ ਦਾ ਯਤਨ ਇਹਨਾਂ ਨੇ ਕੀਤਾ ਸਾਧ ਸੰਗਤ ਜੀਓ। ਔਰ ਜਿਹੜੀਆਂ ਵੀ ਇਹ ਰਿੱਧੀਆਂ ਸਿੱਧੀਆਂ ਸ਼ਕਤੀਆਂ ਹਨ, ਇਹ ਤਾਂ ਸਾਹਿਬ ਦੇ ਘਰ ਦੇ ਬਾਹਰਲੇ ਪਾਸੇ ਦਰਵਾਜ਼ੇ ਤੇ ਬੈਠੀਆਂ ਹਨ। ਮਹਾਰਾਜ ਜੀ ਨੇ ਇਉਂ ਲਿਖਿਆ ਬਾਣੀ ਅੰਦਰ, ਭਾਈ ਇਹ ਜਿੰਨੀਆਂ ਵੀ ਕਰਾਮਾਤਾਂ ਰਿੱਧੀਆਂ ਸਿੱਧੀਆਂ ਹਨ, ਇਹ ਤਾਂ ਸਾਹਿਬ ਦੇ ਦਰਵਾਜ਼ੇ ਦੇ ਬਾਹਰਲੇ ਪਾਸੇ ਹਨ। ਉਹ ਨਾਨਕ ਉਹ ਸਿੱਧ ਉਹ ਕਰਾਮਾਤ ਹੈ, ਅਚਿੰਤ ਕਰੈ ਜਿਸ ਦਾਤ। ਉਹ ਕਰਾਮਾਤ ਜੇ ਸਾਹਿਬ ਆਪ ਤਰੁੱਠ ਕੇ ਮਿਲ ਪਵੇ, ਉਸ ਤੋਂ ਵੱਡੀ ਹੋਰ ਕੋਈ ਕਰਾਮਾਤ ਨਹੀਂ। ਸਾਹਿਬ ਜੀ ਇਹਨਾਂ ਦਾ ਉੱਤਰ ਕਿਸ ਵਿਧ ਦਿੰਦੇ ਹਨ, ਅਗਲੇ ਰੋਜ਼ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀਓ, ਇਤਨੀਆਂ ਬੇਨਤੀਆਂ ਸਾਧ ਸੰਗਤ ਜੀਓ ਪ੍ਰਵਾਨ ਕਰਨੀਆਂ। ਸਤਿਗੁਰੂ ਰਹਿਮਤ ਕਰਨ, ਪਾਵਨ ਪਵਿੱਤਰ ਬਚਨ ਤੁਰ ਹਿਰਦੇ ਅੰਦਰ ਵਸ ਜਾਣ ਜੀ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਅਗਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਅੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਕੇ ਸਦਾ ਬਵੇ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਿਆ, ਹੇ ਸੰਤ